ਦੁਆਰਾ ਘੱਟ ਹੁੰਦਾ। ਸੋ ਇਹ ਹਉਮੈ ਦੇ ਨਾਲ ਵਾਹਿਗੁਰੂ ਨਾਲੋਂ ਇਹ ਜੀਵ ਅੱਡ ਹੋ ਗਿਆ। ਜਿੰਨੇ ਅਸੀਂ ਬੈਠੇ ਹਾਂ ਪਹਿਲਾਂ ਮਿਲੇ ਹੋਏ ਸੀ ਸਾਰੇ। ਜੇ ਇਦੋਂ ਵੀ ਗਾਂ ਦੀ ਗੱਲ ਕਰੀਏ ਤਾਂ ਪਹਿਲਾਂ ਇਕੱਲਾ ਹੀ ਵਾਹਿਗੁਰੂ ਸੀਗਾ, ਉਹ ਆਪ ਇੱਕ ਤੋਂ ਅਨੇਕ ਹੋ ਗਿਆ। ਇਹ ਹਉਮੈ ਦਾ ਜਜ਼ਬਾ ਪੈਦਾ ਹੋਣ ਦੇ ਨਾਲ ਇਹਦੇ ਵਿੱਚ ਮੈਂ ਭਾਵ ਆਉਣ ਕਰਕੇ ਵਾਹਿਗੁਰੂ ਤੋਂ ਵੱਖਰਾ ਹੋ ਕੇ ਆਪਣੇ ਆਪ ਨੂੰ ਦੇਖਣ ਲੱਗ ਗਿਆ। ਹੈਰਾਨੀ ਦੀ ਗੱਲ ਹੈ, ਵਾਹਿਗੁਰੂ ਆਪਣੇ ਆਪ ਨੂੰ ਨਿੱਕਾ ਜਿਹਾ ਜੀਵ ਸਮਝਣਾ ਸ਼ੁਰੂ ਕਰ ਦਿੱਤਾ ਇਸਨੇ, ਅਤੇ ਉਹਦੇ ਨਾਲ ਇਹਦੀ ਬਿਰਤੀ ਬਾਹਰ ਆ ਗਈ। ਇਹਦੀ ਅੰਸ਼ ਹੈ, ਕਹੋ ਕਬੀਰ ਹਮ ਰਾਮ ਕੀ ਅੰਸ਼। ਇਹ ਪ੍ਰਕਿਰਤੀ ਅੱਜ ਨੂੰ ਮੈਟਰ ਕਹਿੰਦੇ ਨੇ ਅੰਗਰੇਜ਼ੀ 'ਚ, ਤਾਂ ਅਸੀਂ ਪ੍ਰਕਿਰਤੀ ਕਹਿੰਦੇ ਹਾਂ, ਮਾਇਆ ਕਹਿੰਦੇ ਹਾਂ। ਇਹਦੇ ਵਿੱਚ ਰਲ ਗਿਆ, ਇਹਦੇ ਨਾਲ ਤਾਂ ਪਾਲੀ ਮਿੱਤਰਤਾ ਦੇ ਵਾਹਿਗੁਰੂ ਨੂੰ ਭੁੱਲ ਗਿਆ। ਭੁੱਲਣ ਦੇ ਨਾਲ ਇਹਦਾ ਨਾਂ ਵਾਹਿਗੁਰੂ ਦਾ ਜੀਵ ਚੇਤਨ ਬਣ ਗਿਆ। ਜੀਵ ਚੇਤਨ ਵਾਹਿਗੁਰੂ ਨਾ ਰਿਹਾ, ਜੀਵ ਚੇਤਨ ਇਹਨੂੰ ਕਹਿਣ ਲੱਗ ਗਿਆ। ਅਤੇ ਸਾਰੇ ਬ੍ਰਹਮੰਡਾਂ 'ਚ ਵਾਹਿਗੁਰੂ ਜਿਹੜਾ ਚੇਤਨ ਤੱਤ ਹੈ ਉਹਦੇ ਨਾਲੋਂ ਇਹ ਅਹਮ ਭਾਵ ਹੋਣ ਕਰਕੇ ਵਿਛੜ ਗਿਆ। ਇਹਦਾ ਜਦੋਂ ਚਿੱਤ ਵਿੱਚ ਪ੍ਰਕਾਸ਼ ਹੋਇਆ ਮੈਂ ਦਾ, ਉਸ ਵੇਲੇ ਦਾ ਰੁਖ ਅੰਦਰ ਨੂੰ ਨਾ ਰਿਹਾ, ਬਾਹਰ ਹੋ ਗਿਆ। ਦੇਖਣ ਵਾਲੀਆਂ ਅੱਖਾਂ ਰਾਹੀਂ ਬਾਹਰ ਨਿਕਲ ਗਿਆ, ਨੱਕ ਰਾਹੀਂ ਬਾਹਰ ਨਿਕਲ ਗਿਆ, ਸੁੰਘਦਾ, ਕੰਨਾਂ ਰਾਹੀਂ ਬਾਹਰ ਨਿਕਲ ਗਿਆ, ਜ਼ੁਬਾਨ ਰਾਹੀਂ, ਸਪਰਸ਼ ਰਾਹੀਂ ਬਾਹਰ ਨਿਕਲ ਗਿਆ। ਆਪਣੇ ਆਪ ਨੂੰ ਭੁੱਲ ਗਿਆ। ਜਿਹੜਾ ਵਾਹਿਗੁਰੂ ਦੇ ਅੰਦਰ ਵੱਸਦਾ ਸੀ, ਮਹਾਰਾਜ ਕਹਿੰਦੇ ਉਹਨੂੰ ਤਾਂ ਗਿਆ ਭੁੱਲ। ਉਪਮਾ ਤੋਂ ਰਹਿਤ ਉਹ ਵਸਤੂ ਸੀ ਜਿਹਦੇ ਬਾਰੇ ਕਿਹਾ ਹੀ ਨਹੀਂ ਜਾ ਸਕਦਾ, ਕਿੰਨਾ ਸੁੰਦਰ, ਕਿੰਨਾ ਮਿੱਤਰ, ਕਿੰਨਾ ਪਿਆਰਾ। ਲੇਕਿਨ ਇਹ 9 ਦਰਵਾਜ਼ਿਆਂ ਤੋਂ ਹੀ ਬਾਰ-ਬਾਰ ਨਿਕਲਣ ਕਰਕੇ ਕਹਿੰਦੇ ਭੁੱਲ ਗਿਆ। ਇਸ ਤਰ੍ਹਾਂ ਫਰਮਾਨ ਕਰਦੇ ਨੇ, 9 ਘਰ ਦੇਖ ਜੇ ਕਾਮਣ ਫੂਲੀ, 2 ਘਰ ਅੱਖਾਂ ਦੇ, 2 ਕੰਨਾਂ ਦੇ, 2 ਨਾਸਕਾਂ ਦੇ, 1 ਜ਼ੁਬਾਨ ਦਾ, ਮਲ ਮੂਤਰ ਇੰਦਰੀਆਂ ਦਾ। ਇਹਨਾਂ ਨੂੰ ਦੇਖ ਕੇ ਭੁੱਲ ਗਿਆ ਜੀ। ਬਾਹਰ ਤੁਰਿਆ ਫਿਰਦਾ ਹੈ, ਅੰਦਰ ਨਹੀਂ ਜਾਂਦਾ। ਕਹਿੰਦੇ ਜਿਹੜੀ ਉਪਮਾ ਤੋਂ ਰਹਿਤ ਆਤਮ ਵਸਤੂ ਇਸ ਦੇ ਅੰਦਰ ਸੀ, ਉਹ ਇਹਨੂੰ ਪ੍ਰਾਪਤ ਨਹੀਂ ਹੋ ਚੁੱਕੀ। ਬਾਹਰ ਫਿਰਦਾ, ਬਾਹਰਲੇ ਹੀ ਕਰਮ ਕਰਦਾ। ਤਨ ਫਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਪੀਤ ਕਰਾਰੇ। ਵਾਹਿਗੁਰੂ ਅਤੇ ਮੈਂ ਦੋਏ ਇਕੱਠੇ ਰਹਿਣੇ। ਵਾਹਿਗੁਰੂ ਅਤੇ ਤੁਸੀਂ ਐਂ ਸਮਝ ਲਓ, ਸਾਰੇ ਦੋਏ ਇਕੱਠੇ ਆ, ਲੇਕਿਨ ਵਿੱਚ ਹਉਮੈ ਪੈਣ ਦੇ ਨਾਲ ਵਿਛੋੜਾ ਹੋ ਗਿਆ ਸਾਡਾ। ਇਹਨੂੰ ਕੋਈ ਨਹੀਂ ਤੋੜ ਸਕਦਾ। ਗੁਰਪੂਰੇ ਹਉਮੈ ਪੀਤ ਤੋਰੇ, ਜਾਂ ਨਾਨਕ ਮਿਲੇ ਬਨਵਾਰੀ। ਬਾਕੀ ਕੋਈ ਵੀ ਕਰਮ ਕਰ ਲੈ ਸੰਸਾਰ ਦੇ ਅੰਦਰ, 68 ਤੀਰਥਾਂ ਦੇ ਇਸ਼ਨਾਨ ਕਰ ਲੈ, ਦਾਨ ਕਰ ਲੈ, ਹੋਰ ਜਪ ਕਰ ਲੈ, ਜਗ ਕਰ ਲੈ, ਤਪ ਕਰ ਲੈ, ਲੇਕਿਨ ਇਹ ਮੈਲ ਆਦਮੀ ਦੇ ਹਿਰਦੇ 'ਚੋਂ, ਅੰਤਸ਼ਕਰਨ 'ਚੋਂ ਦੂਰ ਨਹੀਂ ਹੁੰਦੀ। ਸੋ ਵਾਹਿਗੁਰੂ ਕਿਹਾ ਜਿਹਾ ਕ੍ਰਿਸ਼ਮਾ ਹੈ, ਜਿਹੜਾ ਨਾਲ ਰਹਿੰਦਾ ਉਹ ਤਾਂ ਕਦੇ ਯਾਦ ਨਹੀਂ ਆਉਂਦਾ। ਜਿਹੜਾ ਹੱਥ ਵਿੱਚ ਨਹੀਂ ਆਉਂਦਾ ਉਹਨੂੰ ਹਾਸਲ ਕਰਨ ਦਾ ਯਤਨ ਕਰਦਾ। ਆਹ ਸਰੀਰ ਇਹ ਦੇਖ ਲਓ ਆਪਣਾ, ਪਹਿਲਾਂ ਬੱਚਾ ਸੀ, ਫਿਰ ਜਵਾਨ ਹੋ ਗਿਆ, ਫਿਰ ਬੁੱਢਾ ਹੋ ਗਿਆ, ਹੱਥ 'ਚ ਰਹਿ ਗਿਆ ਫੜਿਆ ਹੋਇਆ। ਵਾਹਿਗੁਰੂ ਉਸੇ ਤਰ੍ਹਾਂ ਜਿਹਾ ਜਿਹਾ ਬਚਪਨ ਵੇਲੇ ਸੀ, ਉਹ ਜਿਹਾ ਹੀ ਜਵਾਨੀ ਵੇਲੇ ਸੀ, ਉਹ ਜਿਹਾ ਹੀ ਹੋਣਾ, ਉਹ ਜਿਹਾ ਹੀ ਅਰਬਾਂ ਸਾਲ ਨੂੰ ਹੋਏਗਾ, ਉਹ ਜਿਹਾ ਹੀ ਖਰਬਾਂ ਸਾਲ ਪਹਿਲਾਂ ਸੀ। ਉਹ ਬਦਲਦਾ ਹੀ ਨਹੀਂ ਹੈ। ਬਦਲਣ ਵਾਲੀ ਚੀਜ਼ ਨਾਲ ਮੋਹ ਪਾ ਲਿਆ, ਦ੍ਰਿਸ਼ਟਮਾਨ ਕਹਿੰਦੇ ਨੇ ਉਹਦੇ ਵੱਲ ਹੋਣਾ। ਮਾਇਆ ਦਾ ਕ੍ਰਿਸ਼ਮਾ ਇਹ ਹੈ, ਤਾਕਤ ਇਹ ਹੈ ਕਿ ਉਹ ਅਸਲੀ ਚੀਜ਼ ਨੂੰ ਭੁਲਾ ਦਿੰਦੀ। ਜਿਵੇਂ ਆਹ ਸ਼ੀਸ਼ਾ ਹੁੰਦਾ ਹੈ, ਵਜੇ ਸ਼ੀਸ਼ੇ ਹੋਇਆ ਕਰਦੇ ਨੇ, ਉਹ ਐਸੇ ਢੰਗ ਦੇ ਹੋਇਆ ਕਰਦੇ ਨੇ ਵੀ ਇੱਕੋ ਹੀ ਬੰਦਾ ਦੇਖਣ ਵਾਲਾ ਹੁੰਦਾ, ਕਰੋੜਾਂ ਹੀ ਦਿੰਦੇ ਨੇ ਉਹਦੇ ਵਿੱਚ, ਦਿਖੀ ਜਾਂਦਾ। ਸ਼ੀਸ਼ ਮਹਿਲ ਚਲੇ ਜਾਓ, ਚਾਰੇ ਪਾਸੇ ਆਪਣਾ ਆਪੇ ਨਜ਼ਰ ਆਉਂਦਾ। ਇਸੇ ਤਰ੍ਹਾਂ ਦੇ ਨਾਲ ਇਹ ਤਿਲਸਮ ਹੈ, ਜਾਦੂ ਹੈ ਮਾਇਆ ਦਾ, ਭੁਲਾ ਦਿੱਤਾ। ਉਸੇ ਵਾਹਿਗੁਰੂ ਨੂੰ ਆਪਣਾ ਪੁੱਤਰ ਕਹਿਣ ਲੱਗਿਆ, ਉਸੇ ਨੂੰ ਆਪਣਾ ਧੀ ਕਹਿਣ ਲੱਗਿਆ, ਉਸੇ ਨੂੰ ਮਾਂ ਕਹਿਣ ਲੱਗਿਆ, ਉਸੇ ਨੂੰ ਪਿਓ ਕਹਿਣ ਲੱਗਿਆ। ਗਿਆਨ ਨਹੀਂ ਹੋਇਆ ਵੀ ਇਹ ਤਾਂ ਇੱਕੋ ਹੀ ਵਾਹਿਗੁਰੂ ਸਾਰੇ ਖੇਲ ਕਰ ਰਿਹਾ ਹੈ। ਸੋ ਭੁੱਲ ਗਿਆ, ਮੈਲ ਲੱਗਦੀ ਤੁਰੀ ਜਾਂਦੀ। ਕਹਿੰਦੇ ਜੀ ਤੀਰਥਾਂ 'ਤੇ ਨਹਾ ਕੇ ਨਹੀਂ ਲੈਂਦੀ। ਮਹਾਰਾਜ ਕਹਿੰਦੇ ਨਾ, ਤੀਰਥਾਂ 'ਤੇ ਨਹਾ ਕੇ ਨਹੀਂ ਲੈਣੀ ਹੈ। ਤੀਰਥ ਨਹਾ ਲੈ, ਦਾਨ ਕਰ ਲੈ, ਜਿੰਨੇ ਜੀ ਕਰਦਾ ਫਿਰ ਲੈ ਸੰਸਾਰ ਦੇ ਅੰਦਰ, ਕਰਮ ਕਰ ਲੈ, ਪੜ੍ਹ ਲੈ। ਮਹਾਰਾਜ ਕਹਿੰਦੇ ਐ ਤਾਂ ਮੈਲ ਨਹੀਂ ਜਾਣੀ। ਜਗ ਹਉਮੈ ਮੈਲ ਦੁੱਖ ਪਾਇਆ। ਸਾਰਾ ਦੁੱਖ ਕਿਉਂ ਹੈ? ਕਿਉਂਕਿ ਵਾਹਿਗੁਰੂ ਨੂੰ ਭੁੱਲ ਗਿਆ, ਹਉਮੈ ਵਿੱਚ ਆ ਗਿਆ। ਸਿੱਧਾ ਨੇ ਗੁਰੂ ਨਾਨਕ ਪਾਤਸ਼ਾਹ ਜਦ ਸਮੇਰ ਪਰਬਤ 'ਤੇ ਗਏ, ਉੱਥੇ ਸਿੱਧਾ ਨੂੰ ਇਹ ਗੱਲ ਦੱਸੀ ਤਾਂ ਵੀ ਇੱਥੇ ਪਹਿਲਾਂ ਵਾਹਿਗੁਰੂ ਇਹ ਸੀ, ਹੋਰ ਕੋਈ ਨਹੀਂ ਸੀ। ਵਾਹਿਗੁਰੂ ਨੇ ਆਪਣੀ ਮਰਜ਼ੀ ਦੇ ਨਾਲ ਆਪਣੇ ਆਪ ਤੋਂ ਪਸਾਰਾ ਕਰਿਆ, ਆਪਣੀ ਮਾਇਆ ਪਸਾਰੀ, ਆਪੇ ਦੇਖਣਹਾਰ, ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹੇ ਨਿਆਰ। ਕਹਿੰਦੇ ਹੈ ਨਾਨਕ, ਜੇ ਵਾਹਿਗੁਰੂ ਇਹ ਸੀਗੀ ਫਿਰ ਆਹ ਦੁੱਖ ਕਿੱਥੋਂ ਆ ਗਿਆ ਸੰਸਾਰ ਦੇ ਅੰਦਰ? ਦੁਨੀਆ ਕਿੱਥੋਂ ਬਣ ਗਈ? ਅਸੀਂ ਇਹ ਕਹਿੰਦੇ ਹਾਂ, ਸਾਡੀ ਗੱਲ ਮੰਨ ਲੈ ਵੀ ਇੱਥੇ ਸੰਸਾਰ ਵੀ ਸੀਗਾ,
ਜੀਵ ਵੀ ਸੀਗਾ ਤੇ ਪ੍ਰਕਿਰਤੀ ਵੀ ਸੀਗੀ, ਮਾਇਆ ਵੀ ਸੀਗੀ, ਤਿੰਨ ਸੀਗੇ ਤੇ ਇਹਨਾਂ ਦੇ ਰਲ ਮਿਲ ਕੇ ਖੇਲ ਦੇ ਨਾਲ ਸੰਸਾਰ ਬਣਿਆ। ਮਹਾਰਾਜ ਕਹਿੰਦੇ ਨਾ, ਇੱਕੋ ਹੀ ਸੀ। ਇੱਕ ਮਹਾਰਾਜ ਨੇ ਸਭ ਤੋਂ ਪਹਿਲਾ ਅੱਖਰ ਗੁਰੂ ਗ੍ਰੰਥ ਸਾਹਿਬ 'ਚ ਇੱਕ ਲਿਖਿਆ, ਇੱਕ ਪਹਿਲਾਂ ਸੀ, ਇੱਕ ਫੇਰ ਸੀ, ਇੱਕ ਹੋਣਾ ਹੈ। ਫੇਰ ਵੀ ਜਦੋਂ ਭੂਤਕਾਲ ਭਵਿੱਖਤ ਕਾਲ ਆਏਗਾ ਉਸ ਵੇਲੇ ਵੀ ਇੱਕ ਹੋਏਗਾ। ਫਿਰ ਕਹਿੰਦੇ ਦੂਜਾ ਕਿੱਥੋਂ ਬਣ ਗਿਆ, ਕਿਉਂਕਿ ਆਪਸ ਦਾ ਐਸਾ ਫਰਮਾਨ ਹੈ। ਆਪੇ ਪੱਟੀ ਕਲਮ ਆਪ ਉੱਪਰ ਲੇਖ ਵੀ ਤੂੰ, ਇੱਕ ਹੋ ਕਹੀਐ ਨਾਨਕਾ ਦੂਜਾ ਕਹੇ। ਕਹਿੰਦੇ ਗੋਰਖਨਾਥ ਵਾਹਿਗੁਰੂ ਇਹ ਸੀ, ਇੱਥੇ ਹੋਰ ਨਹੀਂ ਸੀ, ਨਾ ਮਾਇਆ ਸੀ ਨਾ ਕੋਈ ਜੀਵ ਸੀ, ਇਹ ਸਭ ਉਹਦੇ ਹੁਕਮ 'ਚ ਹੋਏ ਨੇ। ਕਹਿੰਦਾ ਪਾਤਸ਼ਾਹ ਫਿਰ ਦੁਖੀ ਕਿਉਂ ਹੋ ਗਿਆ ਸੰਸਾਰ? ਮਹਾਰਾਜ ਕਹਿੰਦੇ ਹਉਮੈ ਦੇ ਅਧੀਨ ਹੋਣ ਕਰਕੇ ਵਾਹਿਗੁਰੂ ਨਾਲੋਂ ਟੁੱਟ ਗਿਆ ਤਾਂ ਦੁਖੀ ਹੋਇਆ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਵਾਹਿਗੁਰੂ ਨੂੰ ਭੁੱਲ ਜਾਓ, ਸਾਰੇ ਰੋਗ, ਸਾਰੇ ਵਿਘਨ, ਭੂਤ ਪ੍ਰੇਤ ਸਭ ਚਿੰਬੜ ਜਾਣਗੇ। ਵਾਹਿਗੁਰੂ ਨੂੰ ਯਾਦ ਕਰ ਲਓ, ਚਾਨਣੇ ਚਲੇ ਜਾਓ, ਹਨੇਰਾ ਦੂਰ ਹੋ ਜਾਏਗਾ। ਸੋ ਆਪ ਦਾ ਫਰਮਾਨ ਹੈ। ਉਹਨਾਂ ਨੇ ਸਵਾਲ ਕੀਤਾ, ਕਿਤ ਕਿਤ ਵਿਦ ਜਗ ਉਪਜੇ ਪੁਰਖਾ, ਕਿਤ ਕਿਤ ਵਿਦ ਦੁੱਖ ਬਿਨ ਸਜਾਈ। ਕਹਿੰਦੇ ਦੁੱਖ ਦਾ ਕਿਵੇਂ ਖਾਤਮਾ ਹੁੰਦਾ ਹੈ ਤੇ ਸੰਸਾਰ ਕਿਵੇਂ ਹੋਇਆ? ਮਹਾਰਾਜ ਕਹਿੰਦੇ ਹਉਮੈ ਵਿੱਚ ਜਗ ਉਪਜੇ ਪੁਰਖਾ, ਨਾਮ ਵਿਸਰਿਆ ਦੁੱਖ ਪਾਈ। ਨਾਮ ਨੂੰ ਭੁੱਲਣ ਕਰਕੇ ਦੁਖੀ ਹੈ ਸੰਸਾਰ। ਸੋ ਇਸ ਤਰ੍ਹਾਂ ਇਹ ਕਰਮ ਹੋਰ ਕਰਦਾ। ਇਹਨਾਂ ਨਾਲ ਮਹਾਰਾਜ ਕਹਿੰਦੇ ਜਗ ਹਉਮੈ ਮੈਲ ਦੁੱਖ ਪਾਇਆ, ਮਨ ਲਾਗੀ ਦੂਜੇ ਪਾਏ, ਦੋ ਬਣ ਗਿਆ ਇੱਕ ਨਾ ਰਿਹਾ। ਜੇ ਤਾਂ ਇੱਕ ਸਮਝਦਾ ਫਿਰ ਤਾਂ ਮੈਂ ਬਣਦੀ ਹੋ ਨਹੀਂ ਹੈ। ਇੰਨਾ ਹੀ ਫਰਕ ਹੁੰਦਾ ਬ੍ਰਹਮ ਗਿਆਨੀਆਂ ਦਾ ਤੇ ਸੰਸਾਰੀਆਂ ਦਾ। ਉਹ ਇਹ ਸਮਝਦੇ ਨੇ, ਤਨੋ ਮਨੋ ਸਮਝਦੇ ਹੈ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਵੇਖਾ ਇੱਕ ਸਿਮਣ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਉਹ ਦੂਸਰਾ ਨਹੀਂ ਦੇਖਦੇ, ਇੱਕੋ ਹੀ ਪਰਮੇਸ਼ਰ ਸਾਰਿਆਂ ਦੇ ਅੰਦਰ ਦੇਖਦੇ। ਜਿਹੜਾ ਸੰਸਾਰ ਹੈ ਉਹ ਦੂਜਾ ਦੇਖਦਾ। ਦੂਜਾ ਦੇਖਣ ਦੇ ਨਾਲ ਮਹਾਰਾਜ ਕਹਿੰਦੇ ਮੈਲ ਲੱਗੀ ਮਨ। ਇਹ ਮੈਲ ਲੱਗ ਕੇ ਪਹਿਲਾਂ ਮੈਂ ਬਣਿਆ, ਇਹਦੇ ਉੱਤੇ ਪਰਦਾ ਪੈ ਗਿਆ ਆਨੰਦ ਦਾ, ਅਗਿਆਨ ਦਾ। ਦੂਸਰਾ ਪਰਦਾ ਪੈ ਗਿਆ ਇਹਦੇ ਅੰਦਰ ਬੁੱਧੀ ਦਾ, ਵਿਗਿਆਨ ਦਾ। ਤੀਸਰਾ ਪੈ ਗਿਆ ਮਨ ਦਾ, ਫੁਰਨੇ ਕਰਨੇ ਸ਼ੁਰੂ ਕਰਤੇ। ਚੌਥਾ ਪੈ ਗਿਆ ਪ੍ਰਾਣਾਂ ਦਾ। ਪੰਜਵਾਂ ਪਰਦਾ ਪੈ ਗਿਆ 3.5 ਹੱਥ ਸਰੀਰ ਦਾ। ਐ ਸਮਝ ਲਓ ਵੀ ਚਾਨਣਾ ਤਾਂ 1000 ਵਾਟ ਦਾ ਬਲਬ ਲੱਗਿਆ ਹੋਇਆ ਸੀ, ਉਹਦੇ ਉੱਤੇ ਪਹਿਲਾਂ ਕਾਗਜ਼ ਚਾੜ ਦਿੱਤਾ। ਉਸ ਕਾਗਜ਼ ਦੇ ਨਾਲ ਚਾਨਣਾ ਘਟ ਗਿਆ। ਉਹਦੇ ਉੱਤੇ ਫੇਰ ਨੀਲੇ ਰੰਗ ਦਾ ਕਾਗਜ਼ ਚਾੜਤਾ, ਦਿਸਦਾ ਤਾਂ ਹੈ ਲੇਕਿਨ ਹੋਰ ਘਟ ਗਿਆ। ਕਾਲੇ ਰੰਗ ਦਾ ਚਾੜ ਦਿੱਤਾ, ਮਾੜਾ ਜਿਹਾ ਪਤਾ ਲੱਗਦਾ ਟਿਮਟ ਪਾਉਂਦੇ ਦਾ, ਲੇਕਿਨ ਲੁਕ ਗਿਆ। ਉਹਦੇ ਬਾਅਦ ਬੁਰਸ਼ ਲੈ ਕੇ ਕਾਲਾ ਪੇਂਟ ਕਰਦਾ, ਹੁਣ ਨਹੀਂ ਦਿਸਦਾ ਚਾਨਣਾ। ਬਲਬ ਵਿੱਚ ਚਾਨਣਾ ਹੈਗਾ ਲੇਕਿਨ ਬਾਹਰ ਨਹੀਂ ਦਿਸਦਾ। ਉਹ ਬਲਬ ਨੂੰ ਜਲਦੇ ਜਲਦੇ ਨੂੰ ਟੱਬ ਦੇ ਥੱਲੇ ਮੂਧਾ ਮਾਰਤਾ, ਕੜਾਏ ਥੱਲੇ। ਹੁਣ ਕਿੱਥੋਂ ਦਿਸਣਾ? ਹੁਣ ਤਾਂ ਜਮਾਂ ਹੀ ਪਰਦਾ ਆ ਗਿਆ। ਐਸੇ ਤਰ੍ਹਾਂ ਦੇ ਨਾਲ ਜਿਹੜਾ ਸਾਡੇ ਵਿੱਚ ਆਤਮਾ ਹੈ ਉਹਦੇ 'ਤੇ ਅਸੀਂ ਪਰਦੇ ਪਾ ਲਏ ਹਉਮੈ ਦੇ, ਇੰਨੇ ਪਾ ਲਏ ਕਿ ਹੁਣ ਸਾਨੂੰ ਇਹ ਚੇਤਾ ਹੀ ਭੁੱਲ ਗਿਆ ਕਿ ਮੈਂ ਕੌਣ ਹਾਂ। ਮਹਾਰਾਜ ਕਹਿੰਦੇ ਜੇ ਮੈਂ ਦਾ ਇਹਨੂੰ ਪਤਾ ਲੱਗ ਜਾਵੇ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਵੇ। ਸੋ ਇਸ ਕਰਕੇ ਮਲ ਹਉਮੈ ਧੋਤੀ ਕਿਵੇਂ ਨਾ ਉਤਰੇ, ਇਹਨੂੰ ਧੋ ਨਹੀਂ ਸਕਦਾ ਕਿਸੇ ਤਰ੍ਹਾਂ ਨਾਲ। ਜੇ 100 ਤੀਰਥ ਨਾਏ ਬਹੁਵਿਧ ਕਰਮ ਕਮਾਉਂਦੇ, ਜਿੰਨੇ ਕਰਮ ਕਮਾਉਂਦਾ, ਜਪ ਕਰਦਾ, ਤਪ ਕਰਦਾ, ਦਾਨ ਕਰਦਾ, ਸੰਜਮ ਕਰਦਾ, ਕਹਿੰਦਾ ਮੈਂ ਕਰਦਾ, ਉਹਦੇ ਨਾਲ ਇੱਕ ਚੱਕਰ ਹੋਰ ਵੜ ਜਾਂਦਾ, ਸੰਗਲ ਪਾਈ ਜਾਂਦਾ ਆਪਣੇ ਆਪ ਨੂੰ। ਧੂਣੀ ਮਨ ਲੱਗੀ ਆਏ, ਪੜ੍ਹਿਆ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ। ਗਿਆਨੀਆਂ ਨੂੰ ਪੁੱਛ ਲਓ ਜਾ ਕੇ ਵੀ ਤੁਹਾਡੀ ਮੈਲ ਉਤਰ ਗਈ, ਇੰਨੀਆਂ ਕਿਤਾਬਾਂ ਪੜ੍ਹੀਆਂ। ਉਹ ਤਾਂ ਇਹ ਕਹਿੰਦਾ ਮੈਂ ਇੰਨੀਆਂ ਕਿਤਾਬਾਂ ਪੜ੍ਹੀਆਂ, ਮੈਂ ਤਾਂ ਵਰਦੀ ਨਹੀਂ ਹੈ। ਜਬ ਲੱਗ ਜਾਣੇ ਮੁਝ ਤੇ ਕੁਛ ਹੋਏ। ਜਿੰਨਾ ਚਿਰ ਕਹਿੰਦਾ ਮੈਂ ਆਹ ਕੰਮ ਕਰਿਆ, ਮੈਂ ਦਾਨ ਕਰਿਆ, ਮੈਂ ਸੇਵਾ ਕਰੀ ਤਾਂ ਗੁਰਦੁਆਰਾ ਬਣਿਆ, ਮੈਂ ਜੇ ਨਾ ਹੁੰਦਾ ਆਹ ਕੰਮ ਨਹੀਂ ਸੀ ਹੋ ਸਕਦਾ। ਮਹਾਰਾਜ ਕਹਿੰਦੇ ਤੈਨੂੰ ਪਤਾ ਇਹਦਾ ਨੁਕਸ ਕਿੰਨਾ ਪੈਂਦਾ, ਮੈਂ ਤਾਂ ਕਰੀ ਜਾਂਦਾ। ਤਬ ਇਸ ਕੋ ਸੁਖ ਨਹੀਂ ਕੋਈ। ਜਿੰਨਾ ਚਿਰ ਮੈਂ ਕਹਿੰਦਾ ਹੈ ਜਬ ਲੱਗ ਜਾਣੇ ਮੁਝ ਤੇ ਕੁਛ ਹੋਏ, ਤਬ ਲੱਗ ਇਸ ਕੋ ਸੁਖ ਨਹੀਂ ਕੋਏ। ਜਬ ਇਹ ਜਾਣੇ ਮੈਂ ਕੁਛ ਕਰਤਾ ਫਿਰ ਸਜ਼ਾ ਕੀ ਮਿਲਦੀ ਹੈ? ਤਬ ਲੱਗ ਗਰਭ ਜੋਨ ਮੈਂ ਫਿਰਤਾ, ਜੰਮਦਾ ਰਹੂਗਾ ਮਰਦਾ ਰਹੂਗਾ। ਸੋ ਇਹਦੇ ਅੰਦਰ ਬੜੀ ਭਾਰੀ ਖੜਕ ਹੈ, ਰੌਲਾ ਗੌਲਾ ਹੈ, ਭੁਚਾਲ ਹੈ ਆਦਮੀ ਦੇ ਮਨ ਦੇ ਅੰਦਰ। ਇਹਦੇ ਵਿੱਚ ਮਹਾਰਾਜ ਕਹਿੰਦੇ ਉਮਰ ਲੰਘ ਜਾਂਦੀ ਹੈ। ਹਉਮੈ ਅੰਦਰ ਖੜਕ ਹੈ, ਖੜਕ ਬਿਹਾਏ। ਹਉਮੈ ਵੱਡਾ ਰੋਗ ਹੈ, ਮਰ ਜੰਮੈ ਆਵੈ ਜਾਏ। ਮਰ ਜਾਂਦਾ ਜੰਮ ਪੈਂਦਾ, ਮਰ ਜਾਂਦਾ ਜੰਮ ਪੈਂਦਾ। ਸਾਰਾ ਜਗਤ ਹਉਮੈ ਦੇ ਵਿੱਚ ਰਚਿਆ ਹੋਇਆ।
ਦੇਵਤੇ ਵੀ ਹਉਮੈ ਦੇ ਅਧੀਨ ਨੇ। ਮਹਾਰਾਜ ਕਹਿੰਦੇ ਬਰਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਵਿੱਚ ਹਉਮੈ ਕਾਰ ਕਮਾਈ। ਸ਼ਿਵ ਜੀ ਵੀ, ਵਿਸ਼ਨੂੰ ਜੀ ਵੀ ਤੇ ਬਰਮਾ ਜੀ ਵੀ ਇਹ ਵਾਹਿਗੁਰੂ ਤੋਂ ਅੱਡ ਹੋਏ ਹੀ ਇਸ ਕਰਕੇ ਨੇ ਕਿਉਂਕਿ ਇਹਨਾਂ ਵਿੱਚ ਮੈਂ ਭਾਵਨਾ ਆ ਗਈ। ਜਿਨ ਕੀਏ ਤਿਸੇ ਨਾ ਚੇਤੇ ਬਪੜੇ। ਵਾਹਿਗੁਰੂ ਨੂੰ ਨਹੀਂ ਕਹਿੰਦੇ ਵੀ, ਬਰਮਾ ਕਹਿਣ ਲੱਗਿਆ ਮੈਂ ਆਪੇ ਹੀ ਪੈਦਾ ਹੋਇਆ। ਆਵਾਜ਼ ਆਈ ਤੂੰ ਇਹ ਕਮਲ ਫੁੱਲ ਚੋਂ ਪੈਦਾ ਹੋਇਆ। ਲੱਤ ਮਾਰੀ ਕਮਲ ਫੁੱਲ 'ਚ, ਜਿਉਂ ਡੁੱਬਿਆ 36 ਯੁੱਗ ਉਹਦੇ ਵਿੱਚ ਘੁੰਮਦਾ ਹੀ ਚਲਿਆ ਗਿਆ। 43,000 ਸਾਲ, 43,20,000 ਸਾਲ ਦੀ ਇੱਕ ਚੌਂਕੜੀ ਹੁੰਦੀ ਆ। 9 ਚੌਂਕੜੀਆਂ ਕਰ ਲਓ, 3.5 ਕਰੋੜ ਸਾਲ ਉਹਦੇ ਵਿੱਚ ਘੁੰਮੀ ਗਿਆ। ਅਖੀਰ ਤੰਗ ਹੋ ਕੇ ਕਿਹਾ, ਹੇ ਪ੍ਰਭੂ ਕੋਈ ਜਿਹੜਾ ਹੈ ਉਹ ਮੈਨੂੰ ਦੱਸੇ, ਮੇਰੇ 'ਤੇ ਕਿਰਪਾ ਕਰੇ। ਫੇਰ ਬਾਹਰ ਕੱਢਿਆ। ਕਹਿੰਦੇ ਇਹ ਵੀ ਰੋਗੀ ਨੇ ਭਾਈ, ਜਿਨ ਕੀਏ ਤਿਸੇ ਨਾ ਚੇਤੇ ਵਪੜੇ, ਹਰ ਗੁਰਮੁਖ ਸੋਝੀ ਪਰ। ਜੇ ਸੋਝੀ ਹੈ ਕਿਸੇ ਨੂੰ ਕਹਿੰਦੇ ਗੁਰੂ ਨੂੰ ਹੈ, ਹੋਰ ਕਿਸੇ ਨੂੰ ਸੰਸਾਰ ਦੇ ਅੰਦਰ ਸੋਝੀ ਨਹੀਂ ਹੈ। ਸੋ ਮਹਾਰਾਜ ਕਹਿਣ ਲੱਗੇ ਰਾਜਾ ਸ਼ਿਵਨਾਭ, ਬਿਮਾਰੀ ਹੋਰ ਹੈ, ਇਲਾਜ ਹੋਰ ਹੈ। ਸੋ ਇਹ ਇਲਾਜ ਦੀ ਦਵਾਈ ਜਿਹੜੀ ਹੈ ਗੁਰੂ ਦੇ ਪਾਸ ਹੈ। ਇਹਨੂੰ ਹਉਮੈ ਦਾ ਜ਼ਹਿਰ ਚੜ੍ਹ ਗਿਆ ਅਤੇ ਜਿੰਨਾ ਚਿਰ ਇਹ ਦਵਾਈ ਨਹੀਂ ਲੈਂਦਾ ਉਹਨਾਂ ਚਿਰ ਇਹਦੀ ਜ਼ਹਿਰ ਨਹੀਂ ਉਤਰਦੀ। ਕਹਿਣ ਲੱਗੇ ਮਹਾਰਾਜ ਇਹਦੀ ਦਵਾਈ ਕੀ ਹੈ? ਕਹਿੰਦੇ ਇਹਦੀ ਦਵਾਈ ਆ ਅੰਮ੍ਰਿਤ, ਜ਼ਹਿਰ ਦੀ। ਜ਼ਹਿਰ ਦੇ ਨਾਲ ਇਹ ਮਰਦਾ ਜੰਮਦਾ। ਅੰਮ੍ਰਿਤ ਜੇ ਇਹਨੂੰ ਮਿਲ ਗਿਆ ਫਿਰ ਇਹ ਜੰਮੇ ਮਰੇਗਾ ਨਹੀਂ। ਸੋ ਉਹ ਅੰਮ੍ਰਿਤ ਨੂੰ ਨਾਮ ਕਹਿੰਦੇ ਨੇ। ਇਸ ਤਰ੍ਹਾਂ ਨਾਲ ਫਰਮਾਨ ਕਰਦੇ ਆ, ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀ। ਕਹਿੰਦੇ ਅੰਮ੍ਰਿਤ ਜਿਹੜਾ ਪਰਮੇਸ਼ਰ ਦਾ ਨਾਮ ਹੈ। ਹਰ ਮਿਲਦਾ ਕਿੱਥੋਂ ਹੈ? ਕਹਿੰਦੇ ਹਰ ਅੰਮ੍ਰਿਤ ਗੁਰਮਤਿ ਪਾਏ ਰਾਮ। ਗੁਰੂ ਗ੍ਰੰਥ ਸਾਹਿਬ ਦੀ ਮੱਤ ਧਾਰਨ ਕਰ ਲਓ ਫਿਰ ਇਹ ਅੰਮ੍ਰਿਤ ਮਿਲ ਜਾਂਦਾ। ਹਉਮੈ ਮਾਇਆ ਬਿਖ ਹੈ ਮੇਰੀ ਜਿੰਦੜੀਏ। ਇਹ ਬਿਓ ਹੈ, ਪੋਇਜ਼ਨ ਹੈ, ਮਾਰ ਦਿੰਦੀ ਹੈ ਇਸ ਜੀਵ ਨੂੰ। ਹਰ ਅੰਮ੍ਰਿਤ ਬਿਖ ਲੈ ਜਾਏ ਰਾਮ। ਜੇ ਮਿਲ ਗਿਆ ਨਾਮ ਫਿਰ ਇਹ ਬਿਓ ਲੈ ਜਾਇਆ ਕਰਦੀ। ਸੋ ਇਸ ਕਰਕੇ ਮਹਾਰਾਜ ਕਹਿੰਦੇ ਆਹ ਜਿਹੜੀ ਸੁਰਤ ਹੈ ਨਾ ਵੀ ਆਹ ਮੇਰਾ ਘਰ, ਆਹ ਮੇਰੇ ਬੱਚੇ, ਆਹ ਮੇਰਾ ਸਰੀਰ, ਆਹ ਮੈਂ, ਆਹ ਮੇਰਾ, ਇਹ ਦੋ ਗੱਲਾਂ ਨੇ ਤੈਨੂੰ ਬੰਨਿਆ ਹੋਇਆ ਪ੍ਰੇਮੀਆਂ। ਜੇ ਸਾਡੀ ਗੱਲ ਮੰਨਦਾ ਤਾਂ ਭੁੱਲ ਜਾ ਇਸ ਨੂੰ। ਭੁੱਲਿਆ ਹਉਮੈ ਸੁਰਤ ਵਿਸ਼ਾ। ਇੰਨਾ ਭੋਲਾ ਹੋ ਗਿਆ, ਮੈਂ ਕਰਨ ਤੋਂ ਨਹੀਂ ਹਟਦਾ। ਬਿਮਾਰੀ ਲੱਗੀ ਹੋਈ ਹੈ ਤੈਨੂੰ, ਬਹੁਤ ਵੱਡੀ ਬਿਮਾਰੀ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮੈ। ਵੱਡੀ ਲੰਮੀ ਬਿਮਾਰੀ ਹੈ, ਇਹਦਾ ਇਲਾਜ ਸੋਚ। ਅੰਮ੍ਰਿਤ ਹਾਸਲ ਕਰ, ਤੇਰੇ ਅੰਦਰ ਅੰਮ੍ਰਿਤ ਹੈ। ਨੌ ਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ। ਇਹਦੇ ਦੇਹੀ ਮੈਂ ਇਸ ਕਾ ਵਿਸਰਾਮ। ਕੋਈ ਤਰੀਕਾ ਸਿੱਖ ਜਿਹਦੇ ਨਾਲ ਤੂੰ ਇਹ ਸੁਰਤ ਚੋਂ ਨਿਕਲ ਜਾ। ਹਉਮੈ ਮਾਰ ਵਿਚਾਰ ਮਨ, ਗੁਣ ਵਿੱਚ ਗੁਣ ਲੈ ਸਾਰ। 5 ਭੇਦ ਹੁੰਦੇ ਨੇ ਸਾਸ, 5 ਭਰਮ ਕਹਿੰਦੇ ਨੇ। ਪਹਿਲਾ ਭਰਮ ਹੁੰਦਾ ਭੇਦ ਭਰਮ। ਭੇਦ ਭਰਮ ਇਹ ਹੁੰਦਾ ਕਿ ਕਹਿਣਾ ਮੈਂ ਹੋਰ ਹਾਂ, ਰੱਬ ਹੋਰ ਹੈ। ਇਹ ਕਦ ਕਹੇਗਾ ਕਿ ਰੱਬੇ ਹੀ ਆ ਸਾਰੇ? ਉਹ ਤਾਂ ਕਹੇਗਾ ਜੇ ਮਨ ਵਿੱਚ ਗਿਆਨ ਹੋ ਜਾਏ। ਨਹੀਂ ਜੇ ਗੱਲਾਂ ਨਾਲ ਕਹੇਗਾ। ਮਹਾਰਾਜ ਕਹਿੰਦੇ ਏਕੋ ਏਕ ਕਹੈ ਸਭ ਕੋਏ, ਹਉਮੈ ਗਰਭ ਵਿਆਪੇ। ਹੈਗੇ ਤਾਂ ਹਉਮੈ ਵਿੱਚ ਰਹਿਣ ਵਾਲੇ, ਕਹਿੰਦੇ ਰੱਬ ਇੱਕੋ ਹੀ ਹੈ। ਜਦੋਂ ਫਿਰ ਆ ਕੇ ਗੱਲ ਬਣਦੀ ਹੈ ਫਿਰ ਕਹਿੰਦੇ ਨਾ ਜੀ ਇਹ ਤਾਂ ਗੱਲ ਅੱਡ ਹੈ, ਇੱਕ ਨਹੀਂ ਹੈ, ਇਹ ਫਰਕ ਹੈ। ਸੋ ਮਹਾਰਾਜ ਕਹਿੰਦੇ ਪਹਿਲਾਂ ਭੇਦ ਭਰਮ ਹੈ ਪ੍ਰੇਮੀਆਂ ਤੈਨੂੰ ਪਿਆ ਹੋਇਆ, ਤੂੰ ਇਹ ਭਰਮ ਦੇ ਵਿੱਚੋਂ ਨਿਕਲਣ ਦਾ ਯਤਨ ਕਰ। ਦੂਸਰਾ ਹੋਇਆ ਕਰਦਾ ਕਰਤੱਵ ਭਰਮ। ਉਹ ਇਸ ਤਰ੍ਹਾਂ ਹੁੰਦਾ ਹੈ ਬੁੱਧੀ ਦੀ ਨਿਕਟਤਾ ਹੋ ਜਾਂਦੀ ਹੈ ਜੀਵ ਭਾਵ ਨੂੰ। ਉਹ ਫਿਰ ਕਹਿੰਦਾ ਮੈਂ ਪੁੰਨੀ ਹਾਂ, ਮੈਂ ਪਾਪੀ ਹਾਂ, ਇਹ ਗੁਣ ਧਾਰਨ ਕਰ ਲੈਂਦਾ। ਤੀਸਰਾ ਹੋਇਆ ਕਰਦਾ ਹੈ ਸੰਗ ਭਰਮ। ਜਿਸ ਤਰ੍ਹਾਂ ਦੇ ਨਾਲ ਇੱਕ ਬਲੌਰ ਪਿਆ ਚਿੱਟੇ ਰੰਗ ਦਾ, ਉਹਦੇ ਕੋਲ ਲਾਲ ਰੰਗ ਦਾ ਫੁੱਲ ਰੱਖ ਦਿਓ, ਉਹਦੇ 'ਤੇ ਲਾਲ ਰੰਗ ਚੜ੍ਹ ਜਾਂਦਾ, ਬਿਲਕੁਲ ਲਾਲ ਨਜ਼ਰ ਆਏਗਾ। ਆਲੇ ਦੁਆਲੇ ਫੁੱਲ ਰੱਖ ਕੇ ਦੇਖ ਲਿਓ। ਐਵੇਂ ਜਿਵੇਂ ਇਹਦੇ ਅੰਦਰ ਜਾਂ ਚੇਤਨਤਾ ਆਈ, ਬੁੱਧੀ ਆਈ, ਉਸ ਨੇ ਇਸ ਨੂੰ ਬਣਾ ਦਿੱਤਾ ਮੈਂ ਕਾਲਾ, ਮੈਂ ਗੋਰਾ, ਮੈਂ ਦੁਖੀ ਹਾਂ, ਮੈਂ ਸੁਖੀ ਹਾਂ, ਮੈਂ ਸਿੱਖ ਹਾਂ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਈਸਾਈ ਹਾਂ। ਮੈਂ ਬਣ ਗਿਆ ਕਿਉਂਕਿ ਮਾਇਆ ਦਾ ਰੰਗ ਚੜ੍ਹ ਗਿਆ ਮਨ। ਇਹਨੂੰ ਸੰਗ ਭਰਮ ਕਹਿੰਦੇ ਨੇ। ਚੌਥਾ ਹੋਇਆ ਕਰਦਾ ਵਿਕਾਰ ਭਰਮ। ਉਹ ਇਹ ਹੁੰਦਾ ਵੀ ਆਹ ਜਿਹੜਾ ਸੰਸਾਰ ਨਜ਼ਰ ਆਉਂਦਾ ਕਰੋੜਾਂ ਬ੍ਰਹਮੰਡ, ਇਹ ਹੋਰ ਨੇ, ਵਾਹਿਗੁਰੂ ਦਾ ਵਿਕਾਰ ਨੇ, ਕੁਛ ਨਹੀਂ ਹੈ ਇਹ। ਮਹਾਰਾਜ ਕਹਿੰਦੇ ਨਹੀਂ, ਇਹ ਤਾਂ ਸਾਰੇ ਹੀ ਪਰਮੇਸ਼ਰ ਦਾ ਰੂਪ ਨੇ। ਨੇਤਰੋ ਮੇਰਿਓ ਹਰ ਤੋਂ ਮੈਂ ਜੋ ਤਰੀ ਹਰ ਮੈਂ ਨਵਰ ਨਾ ਦੇਖੋ ਕੋਈ।
हर में नबर ना देखो कोई नदरी हर ने हर ले आए, विच संसार तुम देख दे हर का रूप है, हर रूप नदरी आया। सो ये बेकार नहीं है, ये तो आपे ही एक तो अनेक होया होया, पंजवां होया करदा है बई जग भी जिवें वाहिगुरू सत्त है, इवें जिवें संसार भी सत्त है। आ भरम होया करदा भी आ संसार ने सदा ही रहना, इवें जिवें रहना, एक अरबां खरबां साल तो आया, अरबां साल तो ही रहना। महाराज कहते नहीं, हरन भरन जाकर नेत्र फोर, एक अख दे पलकारे सब कुछ खत्म कर दिंदा है। जदों खत्म करदा है फिर आपे आप हुंदा है। पहलां भी आप है आदि पूरन, हुण भी आप है मध पूरन, अंत वेले जदों संसार नहीं होएगा उस वेले भी आप होएगा। अंत पूर्ण परमेश्वर है। साइंस वाले कहते ने बई पहला एक नुकता सी बहुत छोटा जिहदा अंदाजा नहीं ला सकते, ਇਹਨੂੰ ਅਸੀਂ ਕਹਿੰਦੇ ਆ ਵੀ ਨਿਰਗੁਣ ਹਸਤੀ ਸੀ ਵਾਹਿਗੁਰੂ ਦੀ। ਫਿਰ ਕਹਿੰਦੇ ਬਿਗ ਬੌਂਗ ਹੋਇਆ, ਬਿੰਗ ਬੈਂਗ, ਵੱਡੀ ਭਾਰੀ ਆਵਾਜ਼ ਹੋਈ। ਮਹਾਰਾਜ ਕਹਿੰਦੇ ਓਂਕਾਰ ਦਾ ਸ਼ਬਦ ਹੋਇਆ, ਇੱਕ ਤੋਂ ਓਂਕਾਰ, ਉਹਦਾ ਧੱਕਾ ਵੱਜਿਆ। ਜਬ ਉਦ ਕਰਖ ਕਰਤ ਕਰਤਾਰਾ, ਪਰਜਾ ਤਰਤ ਤਬ ਦੇ ਉਪਾਰਾ। ਧੱਕਾ ਵੱਜ ਗਿਆ, ਕਹਿੰਦੇ ਸੰਸਾਰ ਰਚਣਾ ਸ਼ੁਰੂ ਹੋ ਗਿਆ। ਕਿੰਨਾ ਰਚਤਾ ਕਹਿੰਦੇ ਹਿਸਾਬ ਕਿਤਾਬ ਤੋਂ ਬਾਹਰ ਹੈ। ਹੁਣ ਸਾਇੰਸ ਵਾਲੇ ਇਹ ਗੱਲ ਕਹਿੰਦੇ ਨੇ, ਕਹਿੰਦੇ ਜਦੋਂ ਖਿੱਚ ਜੀ ਪਏਗੀ ਉਲਟਾ ਚੱਕਰ ਚੱਲੇਗਾ ਉਸ ਵੇਲੇ ਫਿਰ ਨੁਕਤਾ ਹੀ ਰਹਿ ਜਾਏਗਾ। ਇਹ ਸਾਡੀ ਸਮਝ ਨਹੀਂ ਆਉਂਦੀ ਵੀ ਇਹ ਕਿਵੇਂ ਬਣ ਜਾਂਦਾ ਛੋਟਾ, ਕਿਵੇਂ ਐਨਰਜੀ ਵੀ ਜਿਹੜੀ ਹੈ ਵੀ ਕਨਵਰਟ ਹੋ ਕੇ ਕੁਛ ਨਹੀਂ ਰਹਿੰਦੀ, ਨਥਿੰਗ ਬਣ ਜਾਂਦਾ। ਸੋ ਇਹ ਸੰਸਾਰ ਸੱਤ ਨਹੀਂ ਹੈ, ਇਹ ਵਾਹਿਗੁਰੂ ਦੀ ਇੱਕ ਖੇਲ ਹੈ, ਉਹਦੀ ਮੌਜ ਹੈ। ਸੋ ਇਸ ਤਰ੍ਹਾਂ ਪਹਿਲਾ ਜਿਹੜਾ ਭਰਮ ਭੇਦ ਹੈ ਉਹਦੀ ਨਿਵਰਤੀ ਵਾਸਤੇ ਮਹਾਰਾਜ ਦੱਸਦੇ ਨੇ ਕਿ ਜਿਵੇਂ ਪਾਣੀ ਦੇ ਅੰਦਰ ਸੂਰਜ ਦਾ ਪਰਛਾਵਾਂ ਹੋਵੇ, ਉਸ ਤਰ੍ਹਾਂ ਦੇ ਨਾਲ ਪਰਛਾਵਾਂ ਨਜ਼ਰ ਆਉਂਦਾ ਹੈ, ਦੋ ਬਣ ਜਾਂਦੇ ਨੇ, ਸੂਰਜ ਹੈਗਾ ਇੱਕੋ ਹੀ। ਐਵੇਂ ਜਿਵੇਂ ਇਹ ਸਰੀਰ ਦੇ ਅੰਦਰ ਜੀਵ ਭਾਵ ਆਉਣ ਕਰਕੇ ਵੱਖਰਾ ਪ੍ਰਤੀਤ ਹੋਣ ਲੱਗੇ। ਸੋ ਇਸੇ ਤਰ੍ਹਾਂ ਦੇ ਨਾਲ ਜਿਵੇਂ ਆਹ ਸੰਸਾਰ ਹੈ, ਕਹਿੰਦੇ ਬੇਅੰਤ ਗਹਿਣੇ ਪਏ ਹੋਣ, ਉਹ ਸਾਰੇ ਕੀ ਨੇ? ਸੋਨਾ ਹੀ ਨੇ ਸਾਰੇ। ਪਾਣੀ ਦੇ ਉੱਤੇ ਲਹਿਰਾਂ ਉੱਠ ਰਹੀਆਂ ਨੇ, ਉਹ ਕੀ ਹੈ? ਸਾਰਾ ਸਮੁੰਦਰ ਹੀ ਹੈ। ਸੋ ਇਸ ਤਰ੍ਹਾਂ ਨਾਲ ਮਹਾਰਾਜ ਕਹਿੰਦੇ ਸੁਰਤ ਭੁੱਲ ਜਾ ਭੋਲਿਆ, ਹਉਮੈ ਸੁਰਤ ਵਿਸਾਰ। ਇਹ ਹਉਮੈ ਵਾਲੀ ਸੁਰਤ ਨੂੰ ਤੂੰ ਭੁੱਲ ਜਾ। ਲੇਕਿਨ ਇੰਨੀ ਸਿਖਾਲੀ ਨਹੀਂ ਸਾਹ ਸੰਗੀ, ਇਹਦਾ ਇਲਾਜ ਨਹੀਂ ਜਦ ਤੱਕ ਹੁੰਦਾ ਉਨੀ ਦੇਰ ਤੱਕ ਇਹ ਨਿਕਲਿਆ ਨਹੀਂ ਕਰਦੀ। ਇਹਦਾ ਇਲਾਜ ਹੈ ਨਾਮ, ਹੋਰ ਕੋਈ ਚੀਜ਼ ਨਹੀਂ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਅਤੇ ਸੋਝੀ ਉਸ ਵੇਲੇ ਆਉਂਦੀ ਹੈ ਜਦੋਂ ਨਾਮ ਵਸ ਜਾਵੇ ਅਤੇ ਹਉਮੈ ਦਾ ਨਾਸ਼ ਹੋ ਜਾਵੇ। ਸੋ ਉਹਦੇ ਬਾਰੇ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਆ ਵੀ ਦੋ ਚੀਜ਼ਾਂ ਨਹੀਂ ਇਕੱਠੀਆਂ ਰਹਿੰਦੀਆਂ। ਜੇ ਨਾਮ ਹੋਏਗਾ ਹਉਮੈ ਨਹੀਂ ਹੋਏਗੀ, ਜੇ ਹਉਮੈ ਤਾਂ ਨਾਮ ਨਹੀਂ ਹੈ। ਸੋ ਨਾਮ ਹਉਮੈ ਦਾ ਵਿਰੋਧੀ ਹੈ, ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਏ। ਇਸ ਤਰ੍ਹਾਂ ਫਰਮਾਨ ਕਰਦੇ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਏ। ਨਾਮ ਤੇ ਹਉਮੈ ਨਹੀਂ ਇਕੱਠੇ ਰਿਹਾ ਕਰਦੇ। ਜਿੰਨਾ ਚਿਰ ਹਉਮੈ, ਮਹਾਰਾਜ ਕਹਿੰਦੇ ਫਿਰ ਤੇਰੀ ਸੇਵਾ ਵੀ ਲੇਖੇ 'ਚ ਨਹੀਂ ਪੈਂਦੀ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਵਿਸਥਾ ਜਾਏ। ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ। ਗੁਰੂ ਦਾ ਸ਼ਬਦ ਜੋ ਤੈਨੂੰ ਪੰਜ ਪਿਆਰਿਆਂ ਨੇ ਦਿੱਤਾ ਉਹਦੀ ਕਮਾਈ ਕਰ। ਫਿਰ ਤੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਟੋਲ ਗੁਰੂ ਦਾ ਸ਼ਬਦ, ਫਿਰ ਉਹਨੂੰ ਮੰਨ। ਜਦ ਮੰਨ ਲੇਗਾ ਮੰਨੇ ਕੀ ਗਤ ਕਹੀ ਨਾ ਜਾਏ। ਜੇ ਕੋ ਕਹੇ ਪਿਛੈ ਪਛਤਾਏ, ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾਵਹਿ ਕਰਨ ਵਿੱਚ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ। ਜਿਨ੍ਹਾਂ ਨੇ ਮੰਨਿਆ ਉਹਨਾਂ ਨੂੰ ਬੜੀਆਂ ਬੜੀਆਂ ਪਦਵੀਆਂ ਪ੍ਰਾਪਤ ਹੋਈਆਂ। ਸੋ ਮਹਾਰਾਜ ਕਹਿੰਦੇ ਤੂੰ ਗੁਰੂ ਦੇ ਸ਼ਬਦ ਨੂੰ ਕਮਾ, ਹੁਕਮ ਮੰਨੇ ਤਾਂ ਹਾਰ ਮਿਲੇ, ਤਾਂ ਵਿੱਚੋਂ ਹਉਮੈ ਜਾਏ। ਜੋ ਕੁਛ ਹੋ ਰਿਹਾ ਸਭ ਵਾਹਿਗੁਰੂ ਦੇ ਹੁਕਮ 'ਚ ਹੋ ਰਿਹਾ, ਚੰਗਾ ਵੀ ਮੰਦਾ ਵੀ। ਤੂੰ ਰਜ਼ਾ ਦੇ ਵਿੱਚ ਆ ਜਾ, ਸੁਰ ਨਾਲ ਸੁਰ ਮੇਲ ਦੇ, ਫਿਰ ਤੇਰੇ ਅੰਦਰੋਂ ਹਉਮੈ ਆਪਣੇ ਆਪ ਹੀ ਨਿਕਲ ਜਾਏਗੀ। ਹਉਮੈ ਸਭ ਸਰੀਰ ਹੈ, ਹਉਮੈ ਉਪਤ ਹੋਏ, ਜੰਮਣਾ ਮਰਨਾ ਸਭ ਹਉਮੈ ਕਰਕੇ ਹੁੰਦਾ ਹੈ। ਹਉਮੈ ਵੱਡਾ ਗਵਾਰ ਹੈ, ਹਉਮੈ ਵਿੱਚ ਬੁੱਝ ਨਾ ਸਕੈ ਕੋਈ। ਗਵਾਰ ਹੈ ਆਦਮੀ ਦੇ ਮਨ ਦੇ ਅੰਦਰ, ਮਾਇਆ ਧਾਰੀ ਆ ਤਨ ਨਾ ਬੋਲਾ, ਸ਼ਬਦ ਨਾ ਸੁਣੀ ਪਰ ਰੌਲ ਕਚੋਲਾ। ਰੌਲਾ ਘਚੌਲਾ ਮਚਾਇਆ ਪਿਆ ਇਸ ਰੋਗ ਨੇ। ਹਉਮੈ ਵਿੱਚ ਭਗਤ ਨਾ ਹੋ ਬਈ, ਹੁਕਮ ਨਾ ਬੁੱਝਿਆ ਜਾਏ। ਜਿੰਨਾ ਚਿਰ ਹਉਮੈ ਭਗਤੀ ਕਿਵੇਂ ਕਰ ਲੂ? ਇਹ ਨਾਮ ਪਰਮੇਸ਼ਰ ਦੇ ਹੁਕਮ ਨੂੰ ਬੁੱਝ ਹੁੰਦਾ। ਹਉਮੈ ਵਿੱਚ ਜੀਓ ਬੰਦ ਹੈ, ਨਾਮ ਨਾ ਬਸੇ ਮਨ ਆਏ। ਨਾਨਕ ਸਤਿਗੁਰ ਮਿਲਿਆ, ਹਉਮੈ ਗਈ ਤਾਂ ਸੱਚ ਬਸਿਆ ਮਨ ਹੈ। ਜਦੋਂ ਸਤਿਗੁਰੂ ਮਿਲ ਗਿਆ ਫਿਰ ਸੱਚ ਕਮਾਵੇ, ਸੱਚ ਰਹਿ, ਸੱਚੇ ਸੇਵ ਸਮਾਏ। ਫਿਰ ਵਾਹਿਗੁਰੂ ਦੇ ਵਿੱਚ ਸਮਾ ਜਾਂਦਾ। ਨਹੀਂ ਤਾਂ ਹਉਮੈ ਦੀ ਪੀੜ ਦੇ ਨਾਲ ਸਾਰਾ ਜਗਤ ਦੁਖੀ ਹੋ ਰਿਹਾ ਹੈ ਕਰ ਰਿਹਾ।
ਹਸਪਤਾਲ ਭਰੇ ਪਏ ਨੇ, ਜੇਲ੍ਹ ਖਾਨੇ ਭਰੇ ਪਏ ਨੇ। ਕਾਹਦਾ ਹੈ? ਹਉਮੈ ਦਾ ਰੋਗ ਹੈ ਸਾਰਿਆਂ ਦੇ ਅੰਦਰ। ਉਹਦੇ ਕਰਕੇ ਸਾਰੇ ਰੋਗ ਲੱਗਦੇ ਨੇ। ਗੁਰ ਪ੍ਰਸਾਦੀ ਮਨ ਵਸੇ, ਨਾਮ ਰਹੇ ਸਮਾਏ। ਗੁਰ ਸ਼ਬਦੀ ਹਰ ਪਾਈਐ, ਬਿਨ ਸ਼ਬਦੈ ਪਰਮ ਭੁਲਾਏ। ਸੋ ਗੁਰੂ ਦੀ ਕਿਰਪਾ ਜਦੋਂ ਹੋ ਜਾਂਦੀ ਹੈ, ਉਸ ਵੇਲੇ ਹਉਮੈ ਦਾ ਰੋਗ ਚਲਾ ਜਾਂਦਾ। ਸੋ ਮਹਾਰਾਜ ਰਾਜੇ ਸ਼ਿਵਨਾਭ ਨੂੰ ਸਮਝਾਉਂਦੇ ਆ ਕਿ ਰਾਜਨ, ਹੁਣ ਦੱਸ, ਜਿਹੜੇ ਜਪ ਕਰਨੇ, ਹੱਠ ਕਰਨੇ, ਤਪ ਕਰਨੇ, ਉਹਦੇ ਨਾਲ ਹਉਮੈ ਦਾ ਰੋਗ ਜਾਂਦਾ ਰਹੇਗਾ? ਉਹਦੇ ਨਾਲ ਨਹੀਂ ਜਾਇਆ ਕਰਦਾ। ਇਹ ਤਾਂ ਜਦ ਤੱਕ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ, ਓਨੀ ਦੇਰ ਤੱਕ ਹਉਮੈ ਦਾ ਰੋਗ ਨਹੀਂ ਜਾਂਦਾ। ਬਿਨ ਸਤਿਗੁਰ ਨਾਉ ਨਾ ਪਾਈਐ, ਬੁੱਝੋ ਕਰ ਵਿਚਾਰ। ਨਾਨਕ ਪੂਰੇ ਭਾਗ ਸਤਿਗੁਰ ਮਿਲੇ, ਸੁਖ ਪਾਏ ਜੋ ਵਿਚਾਰ। ਸੋ ਇਹਦੇ ਨਾਲ ਜਿਹਨੇ ਪਿਆਰ ਪਾ ਲਿਆ, ਜਿਹਨੂੰ ਨਾਮ ਕਹਿੰਦੇ ਨੇ, ਮਹਾਰਾਜ ਕਹਿੰਦੇ ਬਾਹਰੋਂ ਨਹੀਂ ਕਿਤੋਂ ਨਾਮ ਮਿਲਣਾ, ਤੇਰੇ ਅੰਦਰੇ ਨਾਮ ਹੈ। ਭਾਈ ਬਾਹਰੋਂ ਮਿਲਣਾ ਮੰਤਰ, ਵਾਹਿਗੁਰੂ ਮੰਤਰ 5 ਪਿਆਰਿਆਂ ਨੇ ਦੇਣਾ। ਉਹਨੇ ਤੇਰੇ ਅੰਦਰੋਂ ਨਾਮ ਪ੍ਰਗਟ ਕਰਨਾ। ਇਸ ਤਰ੍ਹਾਂ ਕਰਨਾ ਹੈ ਜਿਵੇਂ ਧਰਤੀ ਦੇ ਵਿੱਚ ਪਾਣੀ, ਸਭ ਨੂੰ ਪਤਾ ਵੀ ਪਾਣੀ ਹੈ। ਬੰਦਾ ਪਿਆਸਾ ਮਰ ਰਿਹਾ, ਜੇ ਉਹ ਕਹੇ ਧਰਤੀ 'ਚ ਪਾਣੀ ਹੈ, ਉਹਨੂੰ ਕੀ ਸੁੱਖ ਉਸ ਚੀਜ਼ ਦਾ? ਉਹ ਤਾਂ ਪਿਆਸਾ ਮਰ ਰਿਹਾ। ਜਿੰਨਾ ਚਿਰ ਪਾਣੀ ਕੱਢਦਾ ਨਹੀਂ, ਉਹਨਾਂ ਚਿਰ ਉਹਨੂੰ ਪ੍ਰਾਪਤੀ ਨਹੀਂ ਹੁੰਦੀ। ਸੋ ਉਹਦੇ ਵਾਸਤੇ ਬੋਰ ਕਰਿਆ। ਬੋਰ ਕਰਕੇ ਪਹਿਲਾਂ ਜਾਲੀ ਪਾਈ, ਫਿਰ ਉੱਤੇ ਨਾਲ ਪਾਈ, ਫਿਰ ਰਿਫਲੈਕਸ ਬਾਹਰ ਲਾਇਆ, ਫਿਰ ਉੱਤੇ ਲਾਇਆ, ਮੋਟਰ ਫਿੱਟ ਕਰੀ, ਬਟਨ ਦਬਿਆ, ਪਾਣੀ ਨਹੀਂ ਆਉਂਦਾ, ਕਿਉਂਕਿ ਪੂਰੀ ਜੁਗਤ ਨਹੀਂ ਹੋਈ। ਸੰਜਮ ਨਾਲ ਨਹੀਂ ਕੱਢਿਆ। ਜੇ ਬਾਹਰੋਂ ਪਾਣੀ ਪਾਓ, ਫਿਰ ਉਹ ਪਾਣੀ ਜਦ ਕੱਢਦੇ ਆ, ਜਿੰਨਾ ਪਾਣੀ ਪਾਇਆ ਉਹਨਾਂ ਸੂਟਾ ਮਾਰ ਕੇ ਪਾਣੀ ਅੰਦਰਲਾ ਉੱਪਰ ਚੜ੍ਹ ਜੂ। ਫਿਰ ਪਾ ਦਿਓ, ਫਿਰ ਪਾ ਦਿਓ। ਡੂੰਘਾ ਪਾਣੀ ਹੈ, 5-7 ਦਫਾ ਪਾਏ ਤੇ ਪਾਣੀ ਬਾਹਰ ਆ ਜਾਏਗਾ। ਫਿਰ ਜਦ ਬਟਨ ਦਬੋਗੇ, ਉਸੇ ਵੇਲੇ ਪਾਣੀ ਬਾਹਰ। ਇਵੇਂ ਜਿਵੇਂ ਨਾਮ ਤਾਂ ਅੰਦਰ ਪਿਆ, ਇਹ 5 ਪਿਆਰੇ ਬਾਹਰੋਂ ਅੰਮ੍ਰਿਤ ਪਾਉਂਦੇ ਨੇ, ਉਹਦੇ ਨਾਲ ਫਿਰ ਨਾਮ ਨਾਲ ਦਿੰਦੇ ਨੇ। ਉਹ ਜਦ ਜਪਦਾ ਹੌਲੀ ਹੌਲੀ ਤਾਂ ਅੰਦਰਲੇ ਨਾਮ ਤੱਕ ਪਹੁੰਚ ਜਾਂਦਾ। ਫਿਰ ਉਹ ਦਾਰੂ ਆ ਜਾਂਦੀ ਹੈ ਜਿਹੜੀ ਹਉਮੈ ਦਾ ਨਾਸ਼ ਕਰਦੀ ਹੈ। ਮਹਾਰਾਜ ਕਹਿੰਦੇ ਉਹਨੂੰ ਨਾਮ ਔਖਦ ਕਹਿੰਦੇ ਨੇ। ਨਾਮ ਔਖਦ ਜਿਤ ਹਿਰਦੈ ਹਿਤਾਵੈ। ਜਿਹਦੇ ਹਿਰਦੇ ਦੇ ਅੰਦਰ ਇਸ ਦਵਾਈ ਨਾਲ ਪਿਆਰ ਪੈ ਗਿਆ, ਉਹਨੂੰ ਕੀ ਹੁੰਦਾ? ਕਹਿੰਦੇ ਤਾਹੇ ਰੋਗ ਸੁਪਨੇ ਨਹੀਂ ਆਵੈ। ਉਹਨੂੰ ਰੋਗ ਸੁਪਨੇ 'ਚ ਨਹੀਂ ਲੱਗਦਾ, ਨਾ ਆਦੀ, ਨਾ ਵਿਆਧੀ, ਨਾ ਉਪਾਧੀ, ਨਾ ਮਾਨਸਿਕ ਰੋਗ ਨੇੜੇ ਨਹੀਂ ਉਹਦੇ ਆਉਂਦੇ। ਜੇ ਮਾਨਸਿਕ ਰੋਗ ਨਹੀਂ ਆਉਂਦੇ ਤਾਂ ਸਰੀਰ ਵੀ ਰੋਗੀ ਨਹੀਂ ਹੋਇਆ ਕਰਦਾ, ਕਿਉਂਕਿ ਸਰੀਰ ਰੋਗੀ ਤਾਂ ਹੁੰਦਾ, ਪਹਿਲਾਂ ਮਨ ਰੋਗੀ ਹੁੰਦਾ, ਫਿਰ ਸਰੀਰ ਰੋਗੀ ਹੁੰਦਾ। ਸੋ ਇਹ ਕਹਿੰਦੇ ਵੀ ਦਵਾਈ ਸਾਰਿਆਂ ਦੇ ਅੰਦਰ ਹੈ। ਮਹਾਰਾਜ ਕਹਿੰਦੇ ਸਭ ਦੇ ਅੰਦਰ ਪਰਮੇਸ਼ਰ ਨੇ ਦਵਾਈ ਰੱਖੀ ਹੈ। ਹਰ ਔਖਦ ਸਭ ਘਟ ਹੈ ਭਾਈ, ਗੁਰ ਪੂਰੇ ਬਿਨ ਬਿਦ ਨਾ ਬਣਾਈ। ਪੂਰਾ ਗੁਰੂ ਮਿਲੇ ਤਾਂ ਇਹ ਦਵਾਈ ਦੀ ਸੋਝੀ ਦੇਵੇ ਵੀ ਇੱਥੇ ਪਈ ਆ ਦਵਾਈ, ਆ ਇਹਦੀ ਨਿਸ਼ਾਨੀ ਹੈ। ਗੁਰ ਪੂਰੇ ਸੰਜਮ ਕਰ ਦਿਆ। ਫਿਰ ਉਹਨੇ ਸੰਜਮ ਕਰਤਾ ਵੀ ਐਂ ਕਰਨਾ, ਝੂਠ ਨਹੀਂ ਬੋਲਣਾ, ਕਿਸੇ ਨੂੰ ਹਿੰਸਾ ਨਹੀਂ ਕਰਨੀ, ਮਾਰਨਾ ਨਹੀਂ, ਦੁੱਖ ਨਹੀਂ ਦੇਣਾ, ਨਾ ਸਰੀਰ ਨਾਲ, ਨਾ ਮਨ ਨਾਲ, ਨਾ ਬਚਨ ਨਾਲ, ਨਾ ਬੁੱਧੀ ਨਾਲ, ਨਾ ਆਪਣੀਆਂ ਅੰਦਰੀਆਂ ਸ਼ਕਤੀਆਂ ਦੇ ਨਾਲ। ਸੱਤ ਦਾ ਆਧਾਰ ਨਹੀਂ ਹੋਣਾ। ਜਿਹਾ ਜਿਹਾ ਜੋ ਬਚਨ ਕਰਦਾ ਉਹਦੇ ਉੱਤੇ ਪੂਰਾ ਪਹਿਰਾ ਦੇਣਾ। ਫਿਰ ਤੇਰੇ ਅੰਦਰ ਧੀਰਜ ਹੋਵੇ, ਖਿਮਾ ਹੋਵੇ, ਬਰਮਚਰੀਆ ਹੋਵੇ। ਫਿਰ ਇਸ ਤੋਂ ਬਾਅਦ ਮਿੱਠਾ ਬੋਲ ਹੋਵੇ, ਅਲਪਹਾਰ, ਸੁਲਭਸੀ ਨਿੰਦਰਾ, ਥੋੜ੍ਹਾ ਖਾਣਾ, ਥੋੜ੍ਹਾ ਪਾਉਣਾ, ਮਰਿਆਦਾ ਦੇ ਅੰਦਰ ਜੀਵਨ। ਫਿਰ ਨਿਤਨੇਮ, ਸੰਤੋਖ ਮਨ ਵਿੱਚ ਧਾਰਨ ਹੋਵੇ, ਕਿਸੇ ਦੀ ਨਿੰਦਿਆ ਨਾ ਕਰੇ, ਚੁਗਲੀ ਨਾ ਕਰੇ, ਈਰਖਾ ਨਾ ਕਰੇ, ਦ੍ਰਿੜਤਾ ਦੇ ਨਾਲ ਪਰਮੇਸ਼ਰ ਦਾ ਨਾਮ ਦੇਵੇ। ਕਹਿੰਦੇ ਇਹ ਸੰਜਮ ਨੇ। ਜਿਵੇਂ ਡਾਕਟਰ ਦਵਾਈ ਦਿੰਦਾ, ਕਹਿੰਦਾ ਖੱਟਾ ਨਾ ਖਾਈ ਭਾਈ, ਅੰਬ ਦਾ ਅਚਾਰ ਨਾ ਖਾਈ, ਆ ਸਿਰਕਾ ਨਾ ਖਾਈ, ਫਲਾਣੀ ਚੀਜ਼ ਨਾ ਖਾਈ, ਤਲੀਆਂ ਹੋਈਆਂ ਚੀਜ਼ਾਂ ਨਾ ਖਾਈ, ਫਿਰ ਤੇਰਾ ਅਲਸਰ ਦਾ ਫੋੜਾ ਠੀਕ ਹੋ ਜਾਊਗਾ। ਸੰਜਮ ਦੱਸਦਾ ਨਾ। ਐਵੇਂ ਜਿਵੇਂ ਗੁਰੂ ਪੂਰਾ ਗੁਰੂ ਗ੍ਰੰਥ ਸਾਹਿਬ ਦੇ ਅੰਦਰੋਂ ਕੱਢ ਲਿਓ, ਕਦੇ ਵਿਚਾਰ ਕੇ ਪੜ੍ਹੋ, ਇਹਦੇ ਵਿੱਚ ਸੰਜਮ ਲਿਖਿਆ ਹੋਇਆ। ਗੁਰ ਪੂਰੈ ਸੰਜਮ ਕਰ ਦਿਆ। ਫਿਰ ਕੀ ਹੁੰਦਾ? ਜਦੋਂ ਸੰਜਮ ਦੇ ਨਾਲ ਦਵਾਈ ਖਾ ਲਈ, ਨਾਨਕ ਤੋ ਫਿਰ ਦੁੱਖ ਨਾ ਥੀਆ। ਸੋ ਉਹ ਅੰਦਰ ਪਿਆ ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਉਹ ਨਾਮ ਹੀ ਹੈ ਸਾਰੇ ਪਰਿਪੂਰਨ, ਹਰੇਕ ਦੇ ਅੰਦਰ ਹੈ। ਮਹਾਰਾਜ ਕਹਿੰਦੇ ਕੋਈ ਥਾਂ ਦੱਸੋ ਇੱਥੇ ਨਾਮ ਨਹੀਂ। ਨਾਮ ਕੇ ਤਾਰੇ ਸਗਲੇ ਜਨ, ਨਾਮ ਕੇ ਤਾਰੇ ਖੰਡ ਬ੍ਰਹਮੰਡ। ਸਾਰੇ ਖੰਡ ਬ੍ਰਹਮੰਡ ਹਰ ਥਾਂ ਦੇ ਵਿੱਚ ਨਾਮ ਹੈ। ਨਾਮ ਕੇ ਤਾਰੇ ਆਕਾਸ਼ ਪਾਤਾਲ, ਨਾਮ ਕੇ ਤਾਰੇ ਸਗਲੇ ਆਕਾਰ। ਜਿੰਨੇ ਆਕਾਰ ਦਿਸਦੇ ਨੇ ਸਭ ਨਾਮ ਦੀ ਸ਼ਕਤੀ ਕਰਕੇ ਹੀ ਕਾਇਮ ਨੇ।
नाम के तारे पुरियां सब भवन, नाम के संग उदरे सुन सरवण, कर कृपा जिसे अपने नाम लाए, नानक चौथे पद मैं सो जन गत पाए। ਜਿਹਨੂੰ ਨਾਮ ਦੇ ਨਾਲ ਲਾਤਾ ਉਹ ਆਪਣੇ ਘਰ ਵਿੱਚ ਚਾਹੁੰਦਾ। ਪਹਿਲੀ ਗੱਲ ਹੈ ਕਿ ਪਛਾਣੋ ਮੈਂ ਸਰੀਰ ਹਾਂ, ਜਾਂ ਮੈਂ ਸੂਖਸ਼ਮ ਸਰੀਰ ਹਾਂ, ਜਾਂ ਮੈਂ ਕਾਰਨ ਸਰੀਰ ਹਾਂ। ਤਿੰਨ ਸਰੀਰ ਨੇ ਆ ਸਰੀਰ ਦੇ ਅੰਦਰ। ਮਹਾਂਪੁਰਸ਼ ਕਹਿੰਦੇ ਨਾ ਤੂੰ ਇਹ ਪੰਜਾਂ ਤੱਤਾਂ ਦਾ ਸਰੀਰ ਹੈ, 25 ਪ੍ਰਕਿਰਤੀਆਂ ਵਾਲਾ, ਨਾ ਤੂੰ 19 ਤੱਤਾਂ ਵਾਲਾ ਸੂਖਸ਼ਮ ਸਰੀਰ ਹੈ, ਨਾ ਤੂੰ ਕਾਰਨ ਸਰੀਰ ਹੈ ਖਿਆਲ ਦਾ ਅਗਿਆਨ ਦਾ ਸਰੀਰ, ਨਾ ਤੂੰ ਮਨ ਹੈ, ਨਾ ਤੂੰ ਬੁੱਧੀ ਹੈ, ਨਾ ਤੂੰ ਚਿੱਤ ਹੈ, ਨਾ ਤੂੰ ਮੈਂ ਹੈ। ਫੇ ਮਹਾਰਾਜ ਮੈਂ ਕੀ ਹੋਇਆ? ਕਹਿੰਦੇ ਤੂੰ ਤਾਂ ਵਾਹਿਗੁਰੂ ਵਰਗੀ ਉਹ ਜੋਤ ਹੈ। ਆਪਣੇ ਆਪ ਨੂੰ ਪਛਾਣਨ ਦਾ ਯਤਨ ਕਰ। ਕਿੰਨਾ ਸਾਫ਼ ਇਹਨੂੰ ਕਹਿੰਦੇ ਨੇ ਸ਼ਬਦ ਨੂੰ ਕਮਾਉਣਾ। ਇਹ ਸ਼ਬਦ ਨੂੰ ਕਮਾ ਲਓ ਕਿ ਮੈਂ ਸਰੀਰ ਨਹੀਂ ਹਾਂ, ਮੈਂ ਸੂਖਸ਼ਮ ਸਰੀਰ ਨਹੀਂ ਹਾਂ, ਮੈਂ ਕਾਰਨ ਸਰੀਰ ਨਹੀਂ ਹਾਂ, ਮੈਂ ਪੰਜਾਂ ਤੱਤਾਂ 'ਚੋਂ ਕੋਈ ਤੱਤ ਨਹੀਂ ਹਾਂ, ਮੈਂ ਪੰਜਾਂ ਪ੍ਰਾਣਾਂ 'ਚੋਂ ਕੋਈ ਪ੍ਰਾਣ ਨਹੀਂ, ਮੈਂ ਮਨ ਨਹੀਂ ਹਾਂ, ਮੈਂ ਬੁੱਧੀ ਨਹੀਂ ਹਾਂ, ਮੈਂ ਚਿੱਤ ਨਹੀਂ ਹਾਂ, ਮੈਂ ਅਹੰ ਭਾਵ ਨਹੀਂ ਹਾਂ। ਮੈਂ ਤਾਂ ਜੋਤ ਸਰੂਪ ਹਾਂ। ਜਿਹਾ ਜਿਹਾ ਵਾਹਿਗੁਰੂ ਉਹ ਜਿਹਾ ਸਰੂਪ ਮੇਰਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦ ਪਛਾਣ ਲਿਆ ਮਹਾਰਾਜ ਕਹਿੰਦੇ ਦੂਜੀ ਗੱਲ ਯਾਦ ਰੱਖ, ਮਨ ਹਰ ਜਿਉ ਤੇਰੇ ਨਾਲ ਹੈ। ਗੁਰਮੁਖਤੀ ਰੰਗ ਮਾਣ, ਗੁਰੂ ਦੀ ਮੱਤ ਨੂੰ ਧਾਰਨ ਕਰਕੇ ਪਿਆਰ ਦੇ ਨਾਲ ਇਸ ਨਸ਼ੇ ਨੂੰ ਮਾਣ। ਕਿੰਨਾ ਨਸ਼ਾ ਹੈ? ਕਹਿੰਦੇ ਨਸ਼ਾ ਉਤਰਦਾ ਨਹੀਂ, ਹਰ ਵਕਤ ਇਹ ਚੜਿਆ ਰਹਿੰਦਾ। ਉਸ ਮਦ ਫੀਮ ਭੰਗ ਉਤਰ ਜਾਏ ਪ੍ਰਵਾਤ। ਸਰੀਰ ਦੇ ਨਸ਼ੇ ਹੁਣ ਪੀ ਲਓ, 8-10 ਘੰਟੇ ਦੇ ਅੰਦਰ ਤੋੜ ਲਾ ਦਿੰਦੇ, ਲੇਕਿਨ ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਕਹਿੰਦੇ ਗੁਰਮਤੀ ਰੰਗ ਮਾਣ, ਇਹਦਾ ਨਸ਼ੇ ਨੂੰ ਮਾਣ। ਫਿਰ ਤੂੰ ਇਹ ਗੱਲ ਸਮਝ ਕੇ ਵੀ ਮੈਂ ਜੋਤ ਸਰੂਪ ਹਾਂ। ਪੰਜ ਤੱਤ ਲਾਇਆ ਕਾਇਆ ਕੀਨੀ, ਤਿਸ ਮੈਂ ਰਾਮ ਰਤਨ ਲੈ ਚੀਨੀ। ਇਹਦੇ ਵਿੱਚ ਰਾਮ ਦਾ ਰਤਨ ਆਤਮਾ ਦਾ ਪ੍ਰਕਾਸ਼ ਪਾਤਾ। ਆਤਮ ਰਾਮ, ਰਾਮ ਹੈ ਆਤਮ, ਹਰ ਪਾਈਐ ਸ਼ਬਦ ਵਿਚਾਰਾ। ਆਤਮ ਰਾਮ ਸਰਬ ਮੈਂ ਪੇਖ, ਪੂਰਨ ਪੂਰ ਰਿਹਾ ਪ੍ਰਭ। ਸਾਰਿਆਂ ਦੇ ਵਿੱਚ ਇੱਕ ਆਤਮਾ ਜਾਣ। ਵਾਹਿਗੁਰੂ ਸਾਰਿਆਂ ਦੇ ਅੰਦਰ ਪਰਿਪੂਰਨ ਹੈ। ਦ੍ਰਿਸ਼ਟੀ ਉਹ ਬਦਲਣੀ ਹੈ। ਕਹਿੰਦੇ ਬੁੱਲਾ ਗਿਆ ਅਨਾਇਤ ਸ਼ਾਹ ਦੇ ਕੋਲ। ਉਹ ਪਿਆਜ਼ ਲਾ ਰਹੇ ਸੀ ਪੱਟ ਕੇ। ਬੈਠਾ ਰਿਹਾ। ਮਹਾਤਮਾ ਮੌਤ 'ਚ ਆਏ। ਕਹਿਣ ਲੱਗੇ ਭਾਈ ਕਿਵੇਂ ਆਇਆ? ਕਹਿੰਦੇ ਮਹਾਰਾਜ ਮੈਂ ਆਪਦੀ ਸ਼ਰਨ ਆਇਆ, ਮੈਂ ਖੁਦਾ ਨੂੰ ਮਿਲਣਾ, ਰੱਬ ਨੂੰ ਮਿਲਣਾ। ਕੀ ਨਾਮ ਹੈ? ਕਹਿੰਦੇ ਬੁੱਲਾ ਹੈ ਮੇਰਾ ਨਾਮ। ਕਹਿੰਦੇ ਬੁੱਲਿਆ ਰੱਬ ਨੂੰ ਕੀ ਪਾਉਣਾ? ਇੱਧਰੋਂ ਪੁੱਟਣਾ, ਇੱਧਰੋਂ ਲਾਉਣਾ। ਕਹਿੰਦੇ ਮਨੇ ਹੀ ਹੈ, ਬਦਲਾਉਣਾ ਹੈ। ਸੰਸਾਰ ਨੂੰ ਸੰਸਾਰ ਨਾ ਸਮਝ, ਇਹਨੂੰ ਵਾਹਿਗੁਰੂ ਸਮਝ ਲੈ। ਕਹਿੰਦੇ ਰੱਬ ਮਿਲ ਜਾਏਗਾ। ਅਸਲੀ ਗੱਲ ਤੈਨੂੰ ਭੇਤ ਦੀ ਦੱਸਦੇ ਆ, ਉਹ ਨਕਲੀ ਗੱਲ ਹੈ ਜਿਹੜੀ ਤੇਰੇ ਮਨ ਵਿੱਚ ਹੈ। ਸੋ ਆਤਮ ਰਾਮ ਸਰਬ ਮੈਂ ਪੇਖ, ਪੂਰਨ ਪੂਰ ਰਿਹਾ ਪ੍ਰਭ ਏਕ। ਇੰਨਾ ਹੀ ਯਾਦ ਰੱਖ ਲਓ ਬਈ ਸਾਰਿਆਂ 'ਚ ਵਾਹਿਗੁਰੂ ਪੂਰਨ ਹੈ। ਬਾਹਰ ਵੀ ਪੂਰਨ ਹੈ, ਅੰਦਰ ਵੀ ਪੂਰਨ ਹੈ। ਕੋਈ ਥਾਂ ਨਹੀਂ ਹੈ ਜਿੱਥੇ ਵਾਹਿਗੁਰੂ ਨਹੀਂ। ਰਤਨਾ ਮੋਲ ਹਿਰਦੈ ਮੈਂ ਜਾਨ, ਆਪਣੀ ਬਸ ਤੂੰ ਆਪ ਪਛਾਣ। ਰਤਨਾ ਮੋਲ ਜਿਹੜਾ ਆਤਮਾ ਹੈ ਤੇਰੇ ਹਿਰਦਾ ਦੇ ਅੰਦਰ ਹੈ। ਆਪਣੀ ਚੀਜ਼ ਨੂੰ ਤੂੰ ਆਪੇ ਪਛਾਣ ਲੈ। ਲੇਕਿਨ ਇਹ ਹੁੰਦਾ ਨਹੀਂ ਜਿੰਨਾ ਚਿਰ ਪੂਰਾ ਗੁਰੂ ਨਹੀਂ ਮਿਲਦਾ। ਜਿੰਨੀ ਆਤਮ ਚੀਨਿਆ ਪਰਮਾਤਮ ਸੋਈ। ਜਿਨ੍ਹਾਂ ਨੇ ਆਪਣੇ ਸਰੂਪ ਨੂੰ ਜਾਣ ਲਿਆ, ਆਤਮਾ ਨੂੰ, ਕਹਿੰਦੇ ਉਹ ਰੱਬ ਬਣ ਜਾਂਦੇ ਨੇ। ਐਸਾ ਨਹੀਂ ਹੈ। ਗੁਰੂ ਮਹਾਰਾਜ ਦਾ ਐਸਾ ਫਰਮਾਨ ਹੈ, ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨਹੀਂ। ਸਵਾਲ ਹੈ ਇਹਦੇ 'ਚ, ਜਿਹੜੇ ਨਾਮ ਨਹੀਂ ਭੁੱਲਦੇ, ਆਪਣੇ ਆਤਮ ਸਰੂਪ ਨੂੰ ਨਹੀਂ ਭੁੱਲਦੇ, ਉਹ ਕਿਹਦੇ ਵਰਗੇ ਨੇ? ਮਹਾਰਾਜ ਕਹਿੰਦੇ ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਭੇਦ ਨਾ ਜਾਣੋ, ਉਹ ਤਾਂ ਆਪ ਹੈ ਪਰਮੇਸ਼ਰ ਵਰਗੇ। ਪਦਵੀ ਕਿੰਨੀ ਹੈ? ਕਹਿੰਦੇ ਬਰਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬਰਮ ਗਿਆਨੀ ਆਪ ਪਰਮੇਸ਼ਰ। ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇਵ। ਪ੍ਰਭ ਮੈਂ ਮੋਹ ਮੈਂ ਤਾਸ ਮੈਂ, ਰੰਚਕ ਨਾਹੀ ਭੇਵ। ਗੁਰੂ ਦਸ਼ਮੇਸ਼ ਪਿਤਾ ਕਹਿੰਦੇ ਨੇ, ਜਿਨ੍ਹਾਂ ਨੇ ਆਤਮਾ ਦੇ ਤੱਤ ਨੂੰ ਜਾਣ ਲਿਆ, ਉਹਦੇ ਵਿੱਚ ਤੇ ਮੇਰੇ ਵਿੱਚ ਤੇ ਵਾਹਿਗੁਰੂ 'ਚ ਕੋਈ ਭੇਦ ਨਹੀਂ। ਉਹ ਖਾਲਸ ਹੁੰਦੇ ਨੇ, ਪਿਓਰ ਹੁੰਦੇ ਨੇ, ਉਹਨਾਂ ਨੂੰ ਖਾਲਸਾ ਆਖਿਆ ਜਾਂਦਾ। ਸੋ ਇਸ ਤਰ੍ਹਾਂ ਜਿੰਨੀ ਆਤਮ ਚੀਨਿਆ ਪਰਮਾਤਮ ਸੋਈ। ਏਕੋ ਅੰਮ੍ਰਿਤ ਵਿਰਖ ਹੈ ਫਲ ਅੰਮ੍ਰਿਤ ਹੋਈ। ਕਿਹੜਾ ਵਿਰਖ ਹੈ ਅੰਮ੍ਰਿਤ ਦਾ? ਗੁਰੂ ਗ੍ਰੰਥ ਸਾਹਿਬ ਹੈ। ਸਤਿਗੁਰੂ ਹੁੰਦਾ ਅੰਮ੍ਰਿਤ ਦਾ ਵਿਰਖ।
ਅੰਮ੍ਰਿਤ ਫਲ ਜਿਨੀ ਚਾਖਿਆ ਸੱਚ ਰਹੇ ਅਗਾਏ, ਤਿਨਾ ਭਰਮ ਨਾ ਭੇਦ ਹੈ ਹਰ ਰਸਨ ਰਸਾਈ। ਉਹਨਾਂ ਦੇ ਜਿਹਨੂੰ ਸਤਿਗੁਰੂ ਪੂਰਾ ਮਿਲ ਗਿਆ, ਉਹਨਾਂ ਦਾ ਭੇਦ ਖਤਮ ਹੋ ਗਿਆ। ਸਾਧ ਸੰਗਤ ਜੀ, ਉਹਨਾਂ ਨੂੰ ਭੇਦ ਨਹੀਂ ਰਿਹਾ ਕਰਦਾ, ਉਹਦੇ ਵਰਗੇ ਹੀ ਹੋ ਜਾਇਆ ਕਰਦੇ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਨੇ ਸਮਝਾਇਆ। ਕਹਿਣ ਲੱਗੇ ਰਾਜਾ ਸ਼ਿਵਨਾਥ, ਨਾਮ ਦਾ ਮਾਰਗ, ਸੁਰਤ ਸ਼ਬਦ ਦਾ ਮਾਰਗ, ਮੁੱਖ ਭਗਤੀ ਸਿਮਰਨ ਦੇ ਨਾਲ। ਸਿਮਰਨ ਪਹਿਲਾਂ ਮਾਲਾ ਦੇ ਨਾਲ ਹੁੰਦਾ। ਬਹੁਤ ਪਹਿਲੀ ਜਮਾਤ ਦੇ ਸਟੂਡੈਂਟ ਜਿਵੇਂ ਰੀਠਿਆਂ ਨਾਲ ਲਿਖਦੇ ਨੇ, ਫੇਰ ਮਾਲਾ ਨਹੀਂ ਫੇਰਦਾ, ਫੇਰ ਤਾਂ ਉਹਦੇ ਅੰਦਰ ਚੱਲ ਪੈਂਦੀ ਆ ਮਾਲਾ। ਹਰ ਹਰ ਅੱਖਰੇ ਦੋਏ ਮਾਲਾ। ਫੇਰ ਰਸਨਾ ਦੇ ਨਾਲ ਹੁੰਦਾ, ਬੋਲ ਕੇ ਹੁੰਦਾ ਵਾਹਿਗੁਰੂ 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 ਵਾਹਿਗੁਰੂ। ਕੀਰਤਨ ਕਰੀ ਜਾਓ, ਬੋਲੀ ਜਾਓ, 100 ਵਾਰੀ ਬੋਲੀ ਜਾਓ। ਇੱਕ ਵਾਰੀ ਜੀਵ ਤੇ ਬੁੱਲਾਂ ਨਾਲ ਕਹਿ ਦਿਓ, ਬਰਾਬਰ ਹੋ ਜਾਂਦਾ, ਇੰਨਾ ਫਲ ਵੱਧਦਾ। ਫੇਰ ਇਹਦੇ ਬਾਅਦ ਬੁੱਲਾਂ ਤੇ ਬੁੱਲ ਬੰਦ ਹੋ ਜਾਂਦੇ ਨੇ, ਰਸਨਾ ਹੌਲੀ ਹੌਲੀ ਹਿੱਲੀ ਜਾਂਦੀ ਹੈ ਅੰਦਰ। ਪਤਾ ਨਹੀਂ ਲੱਗਦਾ, ਬੁੱਲ ਨਹੀਂ ਹਿਲਦੇ, ਰਸਨਾ ਹਿਲਦੀ ਆ। ਉਹਦੇ ਬਾਅਦ ਨਾਮ ਕੰਠ 'ਚ ਚਲਿਆ ਜਾਂਦਾ ਹੈ, ਫਲ 100 ਗੁਣਾ ਹੋਰ ਵੱਧ ਜਾਂਦਾ। ਫਿਰ ਹਿਰਦੇ 'ਚ ਲੈ ਜਾਂਦਾ ਹੈ, ਉੱਥੇ 100 ਗੁਣਾ ਹੋਰ ਵੱਧ ਜਾਂਦਾ। ਜਦੋਂ ਨਾਭੀ 'ਚ ਜਾਂਦਾ ਹੈ ਪਰਾਬਾਣੀ 'ਚ ਪਸੰਤੀ ਤੋਂ ਹੋ ਕੇ, ਉਸ ਵੇਲੇ 100 ਗੁਣਾ ਫਲ ਹੋਰ ਵੱਧ ਜਾਂਦਾ। ਬਾਹਰ ਲੱਖ ਵਾਰੀ ਕਹੋ ਬੋਲ ਬੋਲ ਕੇ, ਉੱਥੇ ਇੱਕ ਵਾਰੀ ਕਹਿ ਦਿਓ, ਕਿੰਨਾ ਫਰਕ ਹੈ। ਆਗਿਆ ਚੱਕਰ ਦੇ ਅੰਦਰ ਹੋਰ ਫਲ ਵੱਧ ਜਾਂਦਾ। ਜਿੱਥੇ 2 ਅੱਖਾਂ ਤੇ ਨੱਕ ਦੀ ਜੜ ਹੈ, ਇੱਥੇ ਨਾਮ ਦੀ ਧੁਨ ਸੁਣਦੀ ਹੈ। ਜਦੋਂ ਇੱਥੇ ਚਿੱਤ ਇਕਾਗਰ ਹੋ ਜਾਂਦਾ ਹੈ, ਉਹਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹਨੂੰ ਨਾਮ ਆਪਣੇ ਅੰਦਰੋਂ ਆਪੇ ਸੁਣਨ ਲੱਗ ਜਾਂਦਾ। ਹੈਰਾਨ ਹੁੰਦਾ। ਕਈ ਪ੍ਰੇਮੀ ਮੈਨੂੰ ਦੱਸਦੇ ਨੇ ਇਸ ਅਵਸਥਾ ਵਾਲੇ, ਕਹਿੰਦੇ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਨਾਮ ਦੀ ਆਵਾਜ਼ ਕਿੱਥੋਂ ਆਈ ਜਾਂਦੀ ਹੈ। ਮੈਂ ਤੁਹਾਡਾ ਨਾਮ ਪੱਕ ਗਿਆ ਪ੍ਰੇਮੀਆਂ, ਤੇਰੇ ਅੰਦਰੋਂ ਆਪੇ ਹੀ ਆਵਾਜ਼ ਆਉਂਦੀ ਹੈ। ਇਦੋਂ ਵੀ ਕਹਾਂ ਆਵਾਜ਼ ਵੱਧ ਜਾਂਦੀ ਹੈ। ਹਰ ਹਟ ਵੀ ਤੂੰ ਤੂੰ ਕਰੇ, ਬੋਲੇ ਭਲੀਵਾਨ। ਪਹਿਲਾਂ ਕੂੰ ਕੂੰ ਕਰਦੇ ਹੁੰਦੇ ਲੱਕੜੀ ਦੇ ਹਲ। ਮਹਾਰਾਜ ਕਹਿੰਦੇ ਇਹ ਵੀ ਤੂੰ 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 ਕਰਦਾ। ਉਹਨੂੰ ਸਾਰਿਆਂ ਦੇ ਵਿੱਚੋਂ ਫਿਰ ਪਰਮੇਸ਼ਰ ਦੀ ਆਵਾਜ਼ ਆਉਂਦੀ ਹੈ, ਕਿਉਂਕਿ ਸਾਰੇ ਸ਼ਬਦ ਹੀ ਹੈ, ਇੱਕੋ ਜੋਤ ਸਭ ਦੇ ਅੰਦਰ ਵਸਦੀ ਹੈ। ਅਤੇ ਉਸੇ ਜੋਤ ਦੇ ਵਿੱਚੋਂ ਸ਼ਬਦ ਪੈਦਾ ਹੁੰਦਾ ਹੈ। ਅਤੇ ਫਿਰ ਜਾਨਵਰ ਬੋਲਦੇ ਹੋਏ ਵੀ ਹੋਰ ਨਹੀਂ ਲੱਗਦੇ, ਇਹ ਵੀ ਐਂ ਲੱਗਦੇ ਨੇ ਜਿਵੇਂ ਭਜਨ ਕਰਦੇ ਨੇ। ਉਹ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪ ਤਨ ਹੈ ਨਹੀਂ ਹੋਰ। ਸੋ ਬਿਰਤੀ ਚੜ੍ਹ ਗਈ। ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਰਾਜੇ ਸ਼ਿਵਨਾਥ 'ਤੇ। ਨਾਮ ਦਾ ਮਾਰਗ ਦੱਸ ਦਿੱਤਾ, ਸੁਰਤ ਸ਼ਬਦ ਦਾ ਮਾਰਗ ਪ੍ਰਤੱਖ ਕਰਾ ਦਿੱਤਾ। ਨਾਮ ਜਪਣਾ ਸ਼ੁਰੂ ਕਰ ਦਿੱਤਾ, ਉਸਨੇ ਮੰਤਰ ਦੇ ਦਿੱਤਾ। ਹੌਲੀ ਹੌਲੀ ਮਹਾਰਾਜ ਦੇ ਸਤਸੰਗ ਦੇ ਅੰਦਰ ਬਿਰਤੀ ਚੜ੍ਹਨ ਦੇ ਨਾਲ ਕੀ ਹੋਇਆ, ਸੁੰਨ ਮੰਡਲ 'ਚ ਵਾਸਾ ਹੋ ਗਿਆ, ਜਿਸ ਨੂੰ ਗਗਨ ਮੰਡਲ ਕਹਿੰਦੇ ਨੇ, ਸੁੰਨ ਮੰਡਲ ਕਹਿੰਦੇ ਨੇ, ਨਿਜ ਘਰ ਕਹਿੰਦੇ ਨੇ। ਉਸ ਵੇਲੇ ਜਿਹੜਾ ਮਨ ਸੀ ਰੁਕ ਗਿਆ ਸ਼ਬਦ ਦੇ ਬਲ ਨਾਲ। ਸ਼ਬਦ ਦੇ ਬਲ ਨਾਲ ਨਿਕਲਣ ਨਾਲ ਨਿਜ ਘਰ ਵਾਸਾ ਹੋ ਗਿਆ। ਅਸੀਂ ਬਾਹਰ ਤੁਰਦੇ ਹਾਂ, ਆਪਣੇ ਘਰ ਨੂੰ ਭੁੱਲੇ ਹੋਏ। ਸੋ ਉਸ ਵੇਲੇ ਦੀ ਅਵਸਥਾ ਇਸ ਤਰ੍ਹਾਂ ਦੇ ਨਾਲ ਮਹਾਰਾਜ, ਮਨ ਥੰਮ ਹੋ ਜਾਵੇ, ਫਿਰ ਕਿੱਥੇ ਚਲਿਆ ਜਾਂਦਾ, ਆਪਣੇ ਘਰ 'ਚ ਚਲਿਆ ਜਾਂਦਾ। ਜਿੰਨਾ ਚਿਰ ਹਿਲਦਾ ਚੁਲਦਾ ਉਡਾਰੀਆਂ ਮਾਰਦਾ, ਉਹਨਾਂ ਚਿਰ ਬਾਹਰ ਫਿਰਦਾ, ਦੁਖੀ ਹੁੰਦਾ। ਸਤਿਗੁਰ ਮਿਲਿਆ ਤਾਵਤ ਥੰਮਿਆ। ਜਦੋਂ ਪੂਰਾ ਗੁਰੂ ਮਿਲ ਗਿਆ, ਇਹ ਮਨ ਧਾਮਦਾ ਹੋਇਆ ਖੜ ਗਿਆ, ਨਿਜ ਘਰ ਵਸਿਆ ਹੈ। ਨਾਮ ਬਿਹਾਜੇ ਨਾਮ ਲਹੇ, ਨਾਮ ਰਹੇ ਸਮਾਏ। ਹੁਣ ਨਾਮ ਦੇ ਵਿੱਚ ਸਾਰੇ ਹੀ ਵਾਹਿਗੁਰੂ ਦੇਖਦਾ, ਆਪਣੇ ਸਰੂਪ ਨੂੰ ਨਹੀਂ ਭੁੱਲਦਾ, ਵਾਹਿਗੁਰੂ ਨੂੰ ਨਹੀਂ ਭੁੱਲਦਾ। ਇੱਕ ਲੜੀ 'ਚ ਪਰੋਤੇ ਹੋਏ ਸਾਰੇ ਸੰਸਾਰ ਨੂੰ ਦੇਖ ਰਿਹਾ। ਤਾਬਤ ਥੰਮਿਆ, ਸਤਿਗੁਰ ਮਿਲਿਆ। ਫਿਰ ਕੀ ਹੁੰਦਾ, ਕਹਿੰਦੇ 10ਵਾਂ ਦੁਆਰ ਪਾਇਆ। ਆਹ ਜਿਹੜਾ 10ਵਾਂ ਦੁਆਰ ਹੈ ਨਾ, 9 ਦਰਵਾਜ਼ੇ, ਕਾਇਆ ਕੋਟ ਹੈ, 10ਵਾਂ ਗੁਪਤ ਰਖੀਜੈ। ਬੱਜਰ ਕਪਾਟ ਨਾ ਖੋਲਣੀ, ਗੁਰ ਸ਼ਬਦ ਕਲੀਜੈ। ਅਨਹਦ ਵਾਜੇ ਧੁਨ ਵੱਜਦੇ, ਗੁਰ ਸ਼ਬਦ ਸੁਣੀਜੈ। ਤਿਤ ਕਾਟ ਅੰਤਰ ਚਾਨਣਾ, ਕਰ ਭਗਤ ਮਲੀਜੈ। ਸਭ ਮੈਂ ਏਕੋ ਵਰਤਾ, ਜਿਨ ਆਪੇ ਰਚਨ ਰਚਾਈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾ। ਉਹ ਦੁਆਰਾ ਮਿਲ ਗਿਆ ਜਿਹੜਾ ਮਿਲਦਾ ਨਹੀਂ ਬੜੇ ਬੜੇ ਯੋਗ ਕਰਕੇ, ਬੜੇ ਬੜੇ ਸਾਧਨ ਕਰਕੇ। ਤਾਬਤ ਥੰਮਿਆ, ਸਤਿਗੁਰ ਮਿਲਿਆ, ਸਤਿਗੁਰ ਮਿਲਿਆ। 10ਵਾਂ ਦੁਆਰ ਪਾਇਆ। ਉੱਥੇ ਨਿਸ਼ਾਨੀ ਕੀ ਹੈ, ਕਹਿੰਦੇ ਤਿੱਥੇ ਅੰਮ੍ਰਿਤ ਭੋਜਨ ਸਹਿਜ ਤੁਹਾਨੂੰ ਉਪਜੈ। ਉੱਥੇ ਨਾਮ ਦਾ ਭੋਜਨ ਰਸ ਹੈ, ਉੱਥੇ ਨਾਮ ਦਾ।
ਤੇ ਸਹਿਜ ਧੁਨ ਉਪਜ ਰਹੀ ਹੈ ਨਾਮ ਦੀ। ਜਿਤ ਸ਼ਬਦ ਜਗਤ ਸਮ ਰਹਾਇਆ, ਉਹ ਸ਼ਬਦ ਦੀ ਧੁਨ ਉੱਥੇ ਸੁਣਾਈ ਦਿੰਦੀ ਹੈ ਜਿਹੜਾ ਪਹਿਲੇ ਦਿਨ ਅਕਾਲ ਪੁਰਖ ਨੇ ਓਂਕਾਰ ਕਹਿ ਕੇ ਸੰਸਾਰ ਦਾ ਪਸਾਰਾ ਕਰਿਆ ਸੀ, ਯਾਨੀ ਆਪਣੇ ਮੂਲ ਦੇ ਵਿੱਚ ਸਮਾ ਗਿਆ। ਤਾਂ ਅਨੇਕ ਬਾਜੇ ਸਦਾ ਆਨੰਦ ਹੈ, ਉੱਥੇ ਸੁਣ ਮੁੰਨ ਹੈ? ਕਹਿੰਦੇ ਨਾ, ਉੱਥੇ ਤਾਂ ਬਾਜਿਆਂ ਦਾ, ਰਾਗਾਂ ਦਾ, ਸਾਜ਼ਾਂ ਦਾ ਕੋਈ ਹਿਸਾਬ ਨਹੀਂ। ਤਿੱਥੇ ਨਾਦ ਵਿਨੋਦ ਕੋੜ ਆਨੰਦ, ਕਰੋੜਾਂ ਆਨੰਦ ਨੇ ਉੱਥੇ, ਕੋਈ ਗਿਣਤੀ ਮਿਣਤੀ ਤੋਂ ਬਾਹਰ ਦੀਆਂ ਚੀਜ਼ਾਂ ਨੇ। ਤੈ ਅਨੇਕ ਬਾਜੇ ਸਦਾ ਆਨੰਦ ਹੈ, ਸੱਚੇ ਰਹਾ ਸਮਾਏ, ਵਾਹਿਗੁਰੂ 'ਚ ਸਮਾ ਜਾਈਦਾ। ਇਉਂ ਕਹੇ ਨਾਨਕ ਸਤਿਗੁਰ ਮਿਲਿਆ, ਧਾਵਤ ਥੰਮਿਆ ਨਿਜ ਘਰ ਵਸਿਆ ਆਏ। ਜਿਹੜਾ ਨਿਜ ਘਰ 'ਚ ਵਸ ਗਿਆ ਉਹਦੀ ਦ੍ਰਿਸ਼ਟੀ ਬਦਲ ਜਾਂਦੀ ਹੈ, ਉਹਨੂੰ ਦੂਜਾ ਨਹੀਂ ਆਉਂਦਾ, ਇੱਕੋ ਨਜ਼ਰ ਆਉਂਦਾ। ਅਨੰਦਪੁਰ ਸਾਹਿਬ ਬੜਾ ਹੀ ਭਿਆਨਕ ਯੁੱਧ ਹੋ ਰਿਹਾ। ਉਸ ਯੁੱਧ ਦੇ ਅੰਦਰ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ। 6 ਮਹੀਨੇ ਦਾ ਘੇਰਾ ਪਾਇਆ ਹੋਇਆ ਹੈ, ਰਸਦ ਅੰਦਰੋਂ ਮੁੱਕ ਗਈ, ਪੱਠੇ ਮੁੱਕ ਗਏ, ਘੋੜੇ ਮਰਨੇ ਲੱਗ ਗਏ, ਅਤੇ ਸਿੰਘਾਂ ਨੇ ਆਪਣੇ ਸਰੀਰ ਨੂੰ ਕਾਇਮ ਰੱਖਣ ਵਾਸਤੇ ਪੱਤੇ ਉਬਾਲ ਕੇ ਪੀ ਲਏ, ਦਰਖਤਾਂ ਦੀਆਂ ਛਿੱਲਾਂ ਲਾ ਕੇ ਰਗੜ ਕੇ ਪੇਟ ਦੇ ਵਿੱਚ ਪਾ ਲਈਆਂ। ਗੁਰੂ ਦਸ਼ਮੇਸ਼ ਪਿਤਾ ਮਹਾਰਾਜ ਇੱਕ ਦਿਨ ਦੇਖਣ ਲੱਗੇ, ਕਹਿੰਦੇ ਇਹ ਦਰਖਤਾਂ ਦੇ ਪੱਤੇ ਭਾਈ, ਕਹਿੰਦੇ ਮਹਾਰਾਜ ਤੇਰੇ ਖਾਲਸੇ ਨੇ ਆਪਣੇ ਸਰੀਰ ਨੂੰ ਹੋਰ ਰੱਖਣ ਵਾਸਤੇ, ਜ਼ਿਆਦਾ ਕੰਮ ਵਿੱਚ ਆਉਣ ਵਾਸਤੇ ਉਹਨਾਂ ਨੇ ਇਹਦੇ ਨਾਲ ਆਪਣਾ ਨਿਰਵਾਹ ਕਰੇ। ਇੱਧਰਲੇ ਪਾਸੇ ਬੜਾ ਲੰਮਾ ਘੇਰਾ ਹੋ ਗਿਆ, ਥੱਕ ਗਏ, ਕਹਿਣ ਲੱਗੇ ਵੀ 2 ਟੁਕ ਫੈਸਲਾ ਕਰੀਏ, ਹੁਣ ਤਾਂ ਥੋੜ੍ਹੇ ਹੀ ਰਹਿ ਗਏ, ਅੱਗੇ ਜਿੰਨੇ ਹੱਲੇ ਨਹੀਂ ਹੁੰਦੇ ਹੁਣ ਸਾਡੇ ਉੱਤੇ। ਉਸ ਵੇਲੇ ਰੋਪੜ ਦਾ ਇੱਕ ਮੁਗਲ ਖਾਨ ਨਾਮ ਦਾ ਜਰਨੈਲ, ਉਹਨੇ ਬੀੜਾ ਚੁੱਕਿਆ ਕਿ ਅੱਜ ਮੈਂ ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਲਿਆਵਾਂਗਾ ਜਾਂ ਸ਼ਹੀਦ ਕਰਾਂਗਾ। ਵੱਡੀ ਭਾਰੀ ਸੈਨਾ ਲੈ ਕੇ ਚੜ੍ਹਾਈ ਕਰ ਦਿੱਤੀ। ਉੱਧਰੋਂ ਮਹਾਰਾਜ ਦੀ ਅਗਵਾਈ ਵਿੱਚ ਛਤਰ ਛਾਇਆ ਦੇ ਅੰਦਰ 1.25 ਲੱਖ ਸੇ ਇੱਕ ਲੜਾਊਂ ਤਵੀ ਗੋਬਿੰਦ ਸਿੰਘ ਨਾਮ ਕਹਾਉਂ। ਕਿਉਂਕਿ ਬਲ ਸਾਰਾ ਗੁਰੂ ਦਾ ਹੋਇਆ ਕਰਦਾ ਹੈ, ਆਪਣਾ ਨਿਜ ਬਲ ਨਹੀਂ ਹੁੰਦਾ। ਨਿਜ ਬਲ ਵਾਲੇ ਹਾਰ ਜਾਇਆ ਕਰਦੇ ਨੇ, ਗੁਰੂ ਦੇ ਬਲ ਵਾਲਾ ਜਿੱਤ ਜਾਇਆ ਕਰਦਾ। ਸੋ ਉਸ ਵੇਲੇ ਗੁਰੂ ਦੇ ਭਰੋਸੇ ਦੇ ਉੱਤੇ ਸਿਰ ਤਲੀ 'ਤੇ ਧਰ ਕੇ ਖਾਲਸਾ ਅੱਗੇ ਵੱਧ ਕੇ ਸ਼ਹੀਦੀਆਂ ਪਾ ਰਹੇ। ਬੜਾ ਭਿਆਨਕ ਯੁੱਧ ਹੋਇਆ, ਅਤੇ ਉਸ ਯੁੱਧ ਦੇ ਵਿੱਚ ਮੁਗਲ ਖਾਨ ਜ਼ਖਮੀ ਹੋ ਗਿਆ, ਮਾਰਿਆ ਨਹੀਂ। ਕਹਿਣ ਲੱਗੇ ਹੁਣ ਜ਼ਖਮਾਂ ਨਾਲ ਮਰ ਜਾਏਗਾ, ਮਰਨ ਦੋ ਇਹਨੂੰ, ਥੋੜ੍ਹਾ ਬਹੁਤਾ ਪਛਤਾਵਾ ਇਹਦੇ ਮਨ ਵਿੱਚ ਆਵੇ। ਸ਼ਾਮ ਹੋ ਗਈ, ਬਿਗਲ ਵੱਜ ਗਿਆ, ਪਾਲਕੀਆਂ ਆ ਗਈਆਂ, ਆਪਣੇ ਆਪਣੇ ਨੂੰ ਪਛਾਣ ਕੇ ਚੁੱਕੀ ਜਾਂਦੀਆਂ, ਲਾਈਟਾਂ ਮੱਚੀਆਂ ਹੋਈਆਂ, ਦੋਏ ਧਿਰਾਂ, ਸਿੰਘ ਵੀ ਚੁੱਕ ਰਹੇ ਨੇ, ਉਹ ਵੀ ਚੁੱਕ ਰਹੇ ਨੇ। ਫਿਰ ਉੱਥੇ ਲੜਾਈ ਦਾ ਵਾਤਾਵਰਨ ਨਹੀਂ ਹੈ, ਫਿਰ ਮਿੱਤਰਾਂ ਦਾ ਵਰਨ। ਆਵਾਜ਼ ਦਿੱਤੀ ਜਾਂਦੀ ਹੈ, ਉਹ ਪ੍ਰੇਮੀਓ ਤੁਹਾਡਾ ਬੰਦਾ ਸਹਿਕ ਰਿਹਾ, ਇਹਨੂੰ ਚੱਕ ਲਓ। ਸੋ ਉਸ ਵੇਲੇ ਗੁਰੂ ਮਹਾਰਾਜ ਦੇ ਦੁਆਲੇ ਰਾਤ ਨੂੰ ਇਕੱਠ ਹੋਇਆ ਬੈਠਾ ਹੈ। ਕਹਿੰਦੇ ਕਿਵੇਂ ਯੁੱਧ ਹੋਇਆ ਭਾਈ ਦੱਸੋ। ਸਾਰਿਆਂ ਨੇ ਦੱਸਿਆ, ਅਤੇ ਨਾਲ ਇੱਕ ਸ਼ਿਕਾਇਤ ਕੀਤੀ। ਕਹਿੰਦੇ ਪਾਤਸ਼ਾਹ ਇੱਕ ਸਿੱਖ ਹੈ ਆਪਣੇ ਵਿੱਚ, ਅਤੇ ਅਸੀਂ ਇਹ ਸਮਝਦੇ ਹਾਂ ਵੀ ਉਹ ਸ਼ਾਇਦ ਜਸੂਸ ਹੈ, ਦੁਸ਼ਮਣ ਨੂੰ ਸਾਡਾ ਭੇਤ ਦਿੰਦਾ। ਕਹਿੰਦੇ ਕਿਵੇਂ, ਤੁਹਾਨੂੰ ਕਿਵੇਂ ਪਤਾ? ਕਹਿਣ ਲੱਗੇ ਮਹਾਰਾਜ ਮਸ਼ਕ ਚੱਕੀ ਹੋਈ ਆ ਉਸਨੇ, ਅਤੇ ਜਦੋਂ ਅਸੀਂ ਪਾਣੀ ਦੀ ਆਵਾਜ਼ ਦਿੰਦੇ ਸੀ ਤਾਂ ਸਾਤੋਂ ਪਹਿਲਾਂ ਜੇ ਕੋਈ ਗਿਰਿਆ ਹੋਇਆ ਫੌਜ ਦਾ, ਮੁਗਲ ਫੌਜ ਦਾ, ਪਹਾੜੀ ਫੌਜ ਦਾ, ਉਹਨਾਂ ਨੂੰ ਪਾਣੀ ਪਿਲਾਉਂਦਾ ਸੀ, ਫਿਰ ਸਾਡੇ ਕੋਲ ਆਉਂਦਾ ਸੀ। ਮਹਾਰਾਜ ਬੜੀ ਮਾੜੀ ਗੱਲ ਹੈ, ਉਹ ਮਾਰ ਕੇ ਅਸੀਂ ਸਿੱਟਦੇ ਹਾਂ, ਪਾਣੀ ਪਿਲਾ ਦਿੰਦਾ, ਉਹ ਫਿਰ ਤਕੜੇ ਹੋ ਜਾਂਦੇ ਨੇ, ਮੂਰਛਤ ਕਰਦੇ ਹਾਂ, ਫਿਰ ਪਾਣੀ ਪਿਲਾ ਦਿੰਦਾ। ਕਹਿੰਦੇ ਕੌਣ ਹੈ, ਕੀ ਨਾਂ ਹੈ? ਕਹਿੰਦੇ ਕਨ੍ਹਈਆ ਮਹਾਰਾਜ। ਜਾਓ ਸਾਡੇ ਪੇਸ਼ ਕਰੋ। ਹੁਕਮ ਹੋ ਗਿਆ। ਡੇਰੇ ਗਏ, ਡੇਰੇ ਜਾ ਕੇ ਪਤਾ ਕਰਿਆ, ਕਹਿੰਦੇ ਉਹ ਤਾਂ ਅਜੇ ਆਏ ਹੀ ਨਹੀਂ ਹੈ। ਮੈਦਾਨੇ ਜੰਗ ਚਲੇ ਗਏ, ਰਾਤ ਹਨੇਰ ਘੁੱਪ ਪਿਆ, ਹੱਥ ਮਾਰਿਆ ਨਜ਼ਰ ਨਹੀਂ ਆਉਂਦਾ, ਲੇਕਿਨ ਦੂਰ ਇੱਕ ਆਵਾਜ਼ ਇਸ ਤਰ੍ਹਾਂ ਸੁਣਾਈ ਦਿੰਦੀ ਹੈ। ਇਹਦੇ ਵਿੱਚ ਜਾ ਕੇ ਦੇਖਿਆ, ਹੈਰਾਨ ਹੋ ਗਏ ਕਿ ਉਸੇ ਮੁਗਲ ਖਾਨ ਨੂੰ ਪਾਣੀ ਪਿਲਾ ਰਿਹਾ, ਉਹਦਾ ਸਿਰ ਪੱਟ 'ਤੇ ਰੱਖਿਆ ਹੋਇਆ, ਮੂਰਛਾ ਖੋਲ੍ਹ ਕੇ, ਦੰਦਾਂ ਨੂੰ ਖੋਲ੍ਹ ਕੇ ਮੂੰਹ ਵਿੱਚ ਪਾਣੀ ਪਾ ਰਿਹਾ, ਚੂੜੀਆਂ ਭਰ ਕੇ। ਹੋਸ਼ ਵਿੱਚ ਆਇਆ ਮੁਗਲ ਖਾਨ, ਕਹਿਣ ਲੱਗਿਆ ਕੌਣ? ਜਰਨੈਲ ਸੀ, ਫਿਰ ਵੀ ਰੋਹਬਦਾਰ ਸੀ। ਕਹਿਣ ਲੱਗਿਆ ਮੈਂ ਗੁਰੂ ਗੋਬਿੰਦ ਸਿੰਘ ਦਾ ਇੱਕ ਅਧਨਾ ਜਿਹਾ ਸਿੱਖ। ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਦਾ ਸਿੱਖ ਅਤੇ ਮੈਨੂੰ ਪਾਣੀ ਪਿਲਾ ਰਿਹਾ?
ਉਹ ਪ੍ਰੇਮੀਆਂ, ਮੈਂ ਤਾਂ ਅੱਜ ਪਰਨ ਕਰਕੇ ਆਇਆ ਸੀ ਕਿ ਅੱਜ ਗੁਰੂ ਗੋਬਿੰਦ ਸਿੰਘ ਨੂੰ ਜਾਂ ਜਿਉਂਦਾ ਜਾਂ ਸ਼ਹੀਦ ਕਰਕੇ ਲੈ ਜਾਣਾ, ਤੂੰ ਮੈਨੂੰ ਪਾਣੀ ਪਿਲਾ ਰਿਹਾ। ਕਹਿਣ ਲੱਗਿਆ ਮੇਰੇ ਗੁਰੂ ਦਾ ਹੁਕਮ ਹੈ, ਮੇਰੇ ਗੁਰੂ ਦੇ ਨਿਗਾਹ ਦੇ ਅੰਦਰ ਕੋਈ ਦੁਸ਼ਮਣ ਨਹੀਂ ਹੈ, ਸਾਰੇ ਹੀ ਮਿੱਤਰ ਨੇ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਸਾਡੇ ਗੁਰੂ ਨੇ ਸਾਡੇ ਮਨ ਨੂੰ ਸਾਫ਼ ਕਰਕੇ ਐ ਸਮਝਾ ਦਿੱਤਾ ਹੈ, ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਨ। ਕਹਿੰਦੇ ਮੁਗਲ ਖਾਨ, ਸਾਡਾ ਗੁਰੂ ਕਹਿੰਦਾ ਕੋਈ ਸੰਸਾਰ ਤੇ ਬੈਰੀ ਨਹੀਂ, ਸਭ ਆਪਣਾ ਆਪ ਹੈ, ਦੂਜਾ ਹੈ। ਕਹਿਣ ਲੱਗਿਆ ਭਾਈ ਕਨ੍ਹਈਆ, ਇਹ ਤੂੰ ਪਾਣੀ ਨਹੀਂ ਪਾਉਂਦਾ, ਮੇਰੇ ਅੰਦਰ ਆਵੇ ਹਯਾਤ ਪਾ ਰਿਹਾ, ਮੇਰਾ ਦੁੱਖ ਦੂਰ ਕਰ ਰਿਹਾ, ਮੇਰੇ ਮਨ ਦੀ ਮੈਲ ਦੂਰ ਕਰ ਰਿਹਾ। ਮੈਨੂੰ ਗੁਰੂ ਗੋਬਿੰਦ ਸਿੰਘ ਦਾ ਪਿਆਰ ਆਉਣ ਲੱਗ ਗਿਆ, ਜਿਉਂ ਜਿਉਂ ਪਾਣੀ ਪਾਉਣਾ ਤਿਉਂ ਤਿਉਂ ਮੈਂ ਉਹਦਾ ਖਾਦਮ ਬਣਦਾ ਤੁਰਿਆ ਜਾਣਾ, ਮੇਰੀ ਵੀ ਮੈਲ ਤੂੰ ਕੱਟਦਾ ਜਾਣਾ। ਇੰਨੀ ਬਾਤ ਹੋ ਰਹੀ ਸੀ ਤੇ ਉਸੇ ਵੇਲੇ ਸਿੰਘਾਂ ਨੇ ਆ ਕੇ ਫੜ ਲਿਆ, ਮਸ਼ਕ ਉਹ ਮਾਰੀ ਭਗਾ ਕੇ ਮਹਾਰਾਜ ਕੋਲ ਲੈ ਆਏ। ਕਹਿੰਦੇ ਬਾਹਾਂ ਕਿਉਂ ਫੜੀਆਂ ਇਹਦੀਆਂ, ਛੱਡੋ ਇਹਨੂੰ। ਕਹਿੰਦੇ ਕਿਉਂ ਭਾਈ ਕਨ੍ਹਈਆ, ਤੇਰੀ ਸ਼ਿਕਾਇਤ ਆਈ ਹੈ। ਮਹਾਰਾਜ ਅਸੀਂ ਤਾਂ ਭਰੇ ਹੋਏ ਹਾਂ ਔਗਣਾਂ ਦੇ, ਸਦਾ ਹੀ ਔਗਣਾਂ ਦੇ ਭਰੇ ਹੋਏ। ਤੂੰ ਪਾਣੀ ਪਿਲਾਉਂਦਾ ਸੀਗਾ ਮੁਗਲਾਂ ਨੂੰ, ਕਹਿੰਦੇ ਨਾ ਮਹਾਰਾਜ। ਫਿਰ ਪਹਾੜੀਆਂ ਨੂੰ ਪਾਣੀ ਪਿਲਾਉਂਦਾ ਸੀ, ਕਹਿੰਦੇ ਨਾ ਮਹਾਰਾਜ। ਫਿਰ ਖਾਲਸੇ ਨੂੰ ਪਾਣੀ ਪਿਲਾਇਆ, ਕਹਿੰਦੇ ਨਹੀਂ ਮਹਾਰਾਜ। ਫਿਰ ਸਾਰਾ ਦਿਨ ਕਿਹਨੂੰ ਪਾਣੀ ਪਿਲਾਉਂਦਾ ਰਿਹਾ? ਕਹਿੰਦਾ ਪਾਤਸ਼ਾਹ ਮੈਨੂੰ ਤੇਰੀ ਸੌਗੰਧ, ਜਾਤੋਂ ਤੈਂ ਮੇਰੇ ਨੇਤਰਾਂ ਦੇ ਅੰਦਰ ਆਪਰੇਸ਼ਨ ਕੀਤਾ ਤੇ ਮੋਤੀਆ ਮੇਰਾ ਲਾ ਦਿੱਤਾ ਤੇ ਮੈਨੂੰ ਮੇਰੇ ਸੁਰਮਾ ਪਾ ਕੇ ਰੋਸ਼ਨੀ ਕਰ ਦਿੱਤੀ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਕਾਸ਼। ਤੇ ਮੇਰੇ ਮਨ ਦੇ ਅੰਦਰ ਪ੍ਰਕਾਸ਼ ਹੋ ਗਿਆ ਪਾਤਸ਼ਾਹ। ਹੁਣ ਮੇਰੀ ਦ੍ਰਿਸ਼ਟੀ ਹੋਰ ਤਰ੍ਹਾਂ ਦੀ ਹੋ ਗਈ। ਗੁਰੇ ਦਿਖਾਇਓ ਲੋਇ, ਈਤਾ ਹੈ ਊਤਾ ਹੈ, ਘਟ 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 ਘਟ, ਤੂੰ ਹੀ ਮੋਹਨਾ। ਪਾਤਸ਼ਾਹ ਜਾਤੋਂ ਤੈਂ ਗਿਆਨ ਦਾ ਸੁਰਮਾ, ਨਾਮ ਦਾ ਸੁਰਮਾ ਮੇਰੇ ਨੇਤਰਾਂ 'ਚ ਪਾਇਆ, ਦੇਵ ਨੈਣ ਖੁੱਲ੍ਹ ਗਏ। ਤੂੰ ਲੁਕਿਆ ਬੈਠਾ ਸਾਰਿਆਂ ਦੇ ਅੰਦਰ, ਪੜਦਾ ਕਰੀ ਭਰਮ ਪਾ ਦਿੱਤਾ ਕਿ ਮੈਂ ਦੂਰ ਹਾਂ, ਪਰ ਤੂੰ ਤਾਂ ਸਾਰੀਆਂ ਘਟਾਂ 'ਚ ਹੈ, ਮੈਨੂੰ ਤਾਂ ਤੇਰੇ ਬਗੈਰ ਦਿਸਦਾ ਨਹੀਂ। ਪਾਤਸ਼ਾਹ ਜੇ ਮੈਂ ਪਾਣੀ ਪਿਲਾਇਆ ਤਾਂ ਸਾਰਾ ਪਾਣੀ ਮੈਂ ਤੈਨੂੰ ਹੀ ਪਿਲਾਉਂਦਾ। ਇੰਨੀ ਗੱਲ ਸੁਣ ਕੇ ਮਹਾਰਾਜ ਉੱਠ ਕੇ ਖੜੇ ਹੋਏ, ਬੁੱਕਲ 'ਚ ਲੈ ਲਿਆ। ਕਹਿੰਦੇ ਗੁਰਸਿੱਖਾ ਨਿਹਾਲ ਨਿਹਾਲ ਨਿਹਾਲ, ਤੇਰਾ ਤੇ ਮੇਰਾ ਹੁਣ ਕੋਈ ਫਰਕ ਨਹੀਂ ਰਿਹਾ, ਤੂੰ ਮੇਰਾ ਰੂਪ ਬਣ ਗਿਆ। ਦਾਸ ਆਨੰਦ ਮੇਰੋ ਨਿਜ ਰੂਪ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਵਾਸ। ਦਾਸ ਆਨੰਦ ਮੇਰਾ ਨਿਜ ਰੂਪ। ਕਹਿੰਦੇ ਸਾਧ ਸਿੰਘ ਜੀ ਇਹ ਖਾਲਸਾ ਪਦਵੀ ਤੇ ਪਹੁੰਚ ਗਿਆ, ਇਹ ਮੇਰਾ ਤੇ ਇਹਦੇ ਵਿੱਚ ਹੁਣ ਫਰਕ ਨਹੀਂ। ਭਾਈ ਕਨ੍ਹਈਆ ਆਹ ਲੈ ਪੱਟੀਆਂ, ਆਹ ਲੈ ਮਲਮਾ, ਅੱਜ ਤੋਂ ਬਾਅਦ ਮੇਰੇ ਜ਼ਖਮਾਂ 'ਤੇ ਮਲਮ ਵੀ ਲਾਈ, ਪੱਟੀਆਂ ਵੀ ਬੰਨੀ ਤੇ ਜਲ ਵੀ ਪਿਲਾਈ। ਜਾ ਗੁਰੂ ਤੇਰੇ ਕੰਮ ਦੇ ਵਿੱਚ ਸੇਵਾ 'ਚ ਬਰਕਤ ਪਾਵੇਗਾ। ਸੋ ਇਸ ਤਰ੍ਹਾਂ ਦੇ ਨਾਲ ਇਹਨੂੰ ਨਿਜ ਘਰ ਦਾ ਵਾਸਾ ਕਹਿੰਦੇ। ਰਾਜੇ ਸ਼ਿਵਨਾਭ ਨੂੰ ਗੁਰੂ ਮਹਾਰਾਜ ਨੇ ਇੱਥੇ ਪਹੁੰਚਾ ਦਿੱਤਾ। ਜਦੋਂ ਸੁਰਤ ਪਹੁੰਚੀ ਦ੍ਰਿਸ਼ਟੀ ਬਦਲ ਗਈ। ਦ੍ਰਿਸ਼ਟੀ ਦੇ ਵਿੱਚ ਨਜ਼ਰ ਕੀ ਆਉਂਦਾ ਕਿ ਸਾਰੇ ਹੀ ਗੁਰੂ ਨਾਨਕ ਹੈ, ਜਿੱਧਰ ਦੇਖਦਾ ਇੱਕੋ ਹੀ ਨਜ਼ਰ ਆ ਰਿਹਾ। ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਭੇਦ ਚੁੱਕਿਆ ਗਿਆ, ਇੱਕੋ ਹੀ ਨਜ਼ਰ ਆਉਂਦਾ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵਾਨ। ਧਰਨ ਮਾਹੇ ਆਕਾਸ਼ ਪਿਆਲ, ਸਰਵ ਲੋਕ ਪੂਰਨ ਪ੍ਰਸਨ। ਬਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪਾਉਣ ਪਾਣੀ ਬਸੰਤਰ ਮਾਹੇ, ਚਾਰ ਕੁੰਡ ਦਹਿ ਦਿਸੇ ਸਮਾਏ। ਤਿਸਤੇ ਭਿੰਨ ਨਾਹੀ ਕੋ ਥਾਉ, ਗੁਰ ਪ੍ਰਸਾਦ ਨਾਨਕ ਸੁਖ ਪਾਉ। ਦ੍ਰਿਸ਼ਟੀ ਖੁੱਲ੍ਹ ਗਈ। ਮੈਂ ਬਹੁ ਵਿਦ ਪੇਖਿਓ, ਦੂਜਾ ਨਹੀਂ ਰੀ ਕੋ। ਖੰਡ ਦੀਪ ਸਭ ਭੀਤਰ ਰਵਿਆ, ਪੂਰ ਰਹਿਓ ਸਭ। ਸੋ ਬੱਜਰ ਕਪਾਟ ਖੁੱਲ੍ਹ ਗਏ, ਅਵਸਥਾ ਉੱਚੀ ਹੋ ਗਈ, ਨਿਜ ਘਰ 'ਚ ਬਾਸਾ ਹੋ ਗਿਆ, ਪਰਮੇਸ਼ਰ ਦਾ ਰੂਪ ਹੋ ਗਿਆ। ਤੇ ਇਸ ਤਰ੍ਹਾਂ ਨਾਲ ਖੁਸ਼ੀ ਦੇ ਅੰਦਰ ਆਪਣੀ ਹਾਲਤ ਦੱਸਦਾ ਹੈ। ਸਹੰਦੜੋ ਹਵ ਠਾਏ, ਹੁਣ ਕੋਈ ਥਾਂ ਮਾੜਾ ਨਹੀਂ ਲੱਗਦਾ। ਸੁਹਾਵਣੇ ਹੋ ਗਏ, ਹਰ ਥਾਂ ਤੋਂ ਖੁਸ਼ੀ ਆ ਰਹੀ ਹੈ, ਖੇੜਾ ਆ ਰਹੀ ਹੈ। ਕੋਈ ਨਾ ਦਿਸੋ ਦੂਜੜੋ, ਹੁਣ ਦੂਜਾ ਦਿਸਣ ਤੇ ਹੀ ਹਟ ਗਿਆ।
ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ, ਜਦੋਂ ਪੂਰੇ ਗੁਰੂ ਨੂੰ ਮਿਲ ਗਏ ਬੱਜਰ ਕਪਾਟ ਖੁੱਲ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਸੰਗਲਾਦੀਪ ਦੇ ਅੰਦਰ ਧਰਮਸ਼ਾਲਾ ਬਣੀ ਹੋਈ ਹੈ, ਹਰ ਰੋਜ਼ ਸਤਸੰਗ ਹੁੰਦਾ। ਕਿੱਡੇ ਭਾਗਾਂ ਵਾਲੇ ਸੀ ਉਹ ਪੁਰਸ਼, ਕਿੰਨੇ ਉੱਚੇ ਕਰਮਾਂ ਵਾਲੇ ਸੀ ਜਿਹੜੇ ਗੁਰੂ ਨਾਨਕ ਦੇ ਮੁਖਾਰ ਬਿੰਦ ਤੋਂ ਐਸੇ ਉੱਚੇ ਬਚਨ ਸੁਣ ਕੇ ਨਿਜ ਘਰ ਦੇ ਵਿੱਚ ਪ੍ਰਵੇਸ਼ ਕਰਦੇ ਸੀ। ਗੁਰੂ ਨਾਨਕ ਪਾਤਸ਼ਾਹ ਬਹੁਤ ਦੇਰ ਰਹੇ, ਬੜਾ ਸਮਾਂ ਰਹੇ। ਸਾਰਾ ਟਾਪੂ ਜਿਹੜਾ ਸੀ ਉਹ ਗੁਰੂ ਮਹਾਰਾਜ ਦਾ ਨਾਮ ਤਰੀਕ ਸਿੱਖ ਹੋ ਗਿਆ। ਨਾਲ ਲੱਗਦੇ 7 ਟਾਪੂਆਂ ਦੇ ਰਾਜਿਆਂ ਨੂੰ ਮਹਾਰਾਜ ਨੇ ਕਹਿ ਕੇ ਰਾਜੇ ਸ਼ਿਵਨਾਭ ਦੇ ਨਾਲ ਜੋੜ ਦਿੱਤਾ। ਐਸਾ ਲਿਖਿਆ ਇਤਿਹਾਸ ਦੇ ਅੰਦਰ ਕਿ ਇੰਨੀ ਸੰਗਤ ਇਕੱਠੀ ਹੁੰਦੀ ਸੀ, 20 ਮਣ ਉੱਥੇ ਦਾ ਮਣ ਸੇਰ 1.5 ਸੇਰ ਦਾ ਸੀ, ਤੇ 20 ਮਣ ਨੂਣ ਰੋਜ਼ ਰਸੋਈ 'ਚ ਪੈਂਦਾ ਸੀ। 10,000 15,000 ਬੰਦਾ ਰੋਜ਼ ਗੁਰੂ ਨਾਨਕ ਦਾ ਸਤਸੰਗ ਕਰਨ ਆਉਂਦਾ ਸੀ। ਇਸ ਤਰ੍ਹਾਂ ਕੋਈ ਵੀ ਨਾ ਰਿਹਾ ਜਿਹੜਾ ਗੁਰੂ ਨਾਨਕ ਨਾਲ ਨਾ ਜੁੜਿਆ।